ਤਾਂ ਜਦੋਂ ਮੈਂ ਆਪਦਾ ਪੁਰਾਣਾ ਪਾਸਟ ਮਾੜਾ ਸੀਗਾ ਤਾਂ ਮੈਨੂੰ ਹਰ ਚੀਜ਼ ਮਾੜੀ ਲੱਗਦੀ ਸੀ, ਕਿਉਂਕਿ ਮੇਰੇ ਅੰਦਰ ਕਰਮ ਹੀ ਮਾੜਾ ਹੋਣਾ, ਨਿਗਾਹ ਮਾੜੀ ਸੀ ਤਾਂ ਕਰਮ ਮਾੜਾ। ਉਹ ਜਵਾਨੀ ਕੇ ਉਹ ਦਿਨ ਸੀ ਕਾਲਜ ਦੇ, ਉਹਨਾਂ ਕਾਲਜ ਟਾਈਮ ਮੈਂ ਨਸ਼ਾ ਵੀ ਗੱਡਵਾ ਕੀਤਾ, ਬਦਮਾਸ਼ੀ ਵੀ ਗੱਡਵੀਂ ਕਰਾਈ ਰੱਬ ਨੇ, ਤਾਂ ਪੋਲੀਟਿਕਸ ਵੀ ਚੰਗੀ ਸੀ। ਮੈਂ ਸ਼ਹਿਰ ਦੇ ਮਤਲਬ ਜਿੰਨੇ ਤਗੜੇ ਸਾਡੇ ਲੀਡਰ ਸੀ ਮੈਨੂੰ ਬਾਈ ਨੇਮ ਜਾਣਦੇ। ਉਹ ਜਦੋਂ ਦਾ ਮੈਂ ਰਿਵੀਜ਼ਨ ਕੀਤਾ ਜਾਂ ਮੈਂ ਉਹਨੂੰ ਰਿਫਲੈਕਟ ਕੀਤਾ ਆਪਣੀ ਲਾਈਫ 'ਚ ਕੀ ਚੰਗਾ ਕੀ ਮਾੜਾ, ਕੰਕਲੂਜਨ ਕੱਢੀਆਂ, ਤਾਂ ਮੈਨੂੰ ਐਂਡ ਆਫ ਦਾ ਡੇ ਹੁਣ ਚੰਗਾ ਲੱਗਦਾ। ਜਦ ਤੱਕ ਮੈਂ ਦਲਦਲ 'ਚ ਵੜੂੰਗਾ ਨਹੀਂ, ਉਹਦੀ ਕਿਵੇਂ ਡੈਂਸਿਟੀ ਨਾਪੂ, ਦਲਦਲ ਦੀ ਉਹਦੀ ਡੈਪਥ ਕਿਵੇਂ ਨਾਪੂ। ਬਸ ਸ਼ਰਤ ਇਹ ਆ ਵੀ ਮੈਂ ਆਪਦੇ ਹੱਥ ਬਾਹਰ ਰੱਖੇ ਸੀ ਵੀ ਤਾਂ ਮੈਂ ਨਿਕਲ ਆਇਆ। ਅਗਰ ਮੈਂ ਹੱਥ ਵਿੱਚ ਵਾੜ ਦਿੰਦਾ ਸ਼ਾਇਦ ਮੈਂ ਵੀ ਤੁਹਾਡੇ ਨਾਲ ਲਾਉਂਦਾ। ਤਾਂ ਮੈਂ ਆਪਦੀ ਸੋਚ ਨੂੰ ਇੱਕ ਸਥਿਰ ਰੱਖਿਆ ਸੀ। ਠੀਕ ਆ, ਮੈਂ ਨਸ਼ਾ ਕਰਦਾ ਸੀ, ਟੌਪ ਤੇ ਕਰਦਾ ਸੀ। ਅਰੇ ਇੱਕ ਪੈਸਾ ਦੇਣਾ ਹੋਰ ਚੀਜ਼ ਹੈ, ਇੱਕ ਸਮਾਂ ਦੇਣਾ ਹੋਰ ਚੀਜ਼ ਹੈ। ਪੈਸਾ ਪਿਆਰ ਨਹੀਂ ਹੁੰਦਾ ਵੀ ਮੈਂ ਇਹਨੂੰ ਜੋ ਮੰਗਿਆ ਦੇ। ਸਮੇਂ ਦੀ ਅਹਿਮੀਅਤ ਹੈ, ਸਮੇਂ ਦੀ ਅਹਿਮੀਅਤ। ਤੁਸੀਂ ਇਹਦੀ ਭਾਵਨਾ ਕਿ ਨਹੀਂ ਸਮਝ ਰਹੇ ਹੋ। ਸਾਰਾ ਫਾਰਮ ਖਾਲੀ ਹੋ ਜੇ, ਇਹ ਘੋੜੀ ਫਾਰਮ ਤੋਂ ਨਹੀਂ ਨਿਕਲੇਗੀ। ਕਾਰਨ ਕੀ ਸੀ? ਇਸ ਘੋੜੀ ਨੇ ਤਾਂ ਇਸ ਫਾਰਮ ਦਾ ਨਾਂ ਬਣਾਇਆ। ਇਸ ਫਾਰਮ ਨੂੰ, ਇਸ ਫਾਰਮ ਤੇ ਜੋ ਅੱਜ ਵੀ ਹੈਗਾ, ਜੋ ਕੁਝ ਹੈਗਾ ਸਭ ਇਸ ਘੋੜੀ ਦੀ ਬਦੌਲਤ। ਤਾਂ ਕਾਰਨ ਉਹੀ ਗੱਲ ਆ ਗਈ ਸੀ ਵੀ ਹਾਈਟ ਨਹੀਂ ਸੀ, ਕਰੈਕਟਰ ਨਹੀਂ ਸੀ, ਵੀ ਤੂੰ ਇਹਨੂੰ ਕਿਉਂ ਦਾਣਾ ਪਾਉਣਾ, ਤੂੰ ਮਹਿੰਗੀ ਨੂੰ ਵੀ ਉਹਨਾਂ ਪਾਉਣਾ ਤੇ ਸਸਤੀ ਨੂੰ ਪਾਉਣਾ। ਹਵਾਵਾਂ ਦਾ ਰੁਖ ਮੋੜਨਾ ਇਹ ਕਿਸੇ ਵਿਰਲੇ ਨੂੰ ਹੀ ਆਉਂਦਾ, ਪਰਖਣ ਵਾਸਤੇ ਰੱਬ ਇਮਤਿਹਾਨ ਜ਼ਿੰਦਗੀ ਵਿੱਚ ਲਿਆਉਂਦਾ। ਕਦੇ ਨਸ਼ਿਆਂ ਨੇ ਕੀਤਾ ਸੀ ਖੋਖਲਾ ਤੇ ਬਦਮਾਸ਼ੀ ਦਾ ਸਿਰ ਤੇ ਜਨੂਨ ਸਵਾਰ ਸੀ। ਇੱਕ ਹੱਥ ਵਿੱਚ ਪੰਨੀ ਸੀ ਫੜੀ ਹੁੰਦੀ ਤੇ ਦੂਜੇ ਹੱਥ ਵਿੱਚ ਹੁੰਦੀ ਤਲਵਾਰ ਸੀ। ਜ਼ਿੰਦਗੀ ਜਦੋਂ ਗਲਤ ਮੋੜ ਲੈ ਲੈਂਦੀ ਹੈ ਤਾਂ ਫਿਰ ਮੁਕੱਦਰਾਂ ਦੇ ਵਿੱਚ ਪਛਤਾਵਾ ਲਿਖਿਆ ਜਾਂਦਾ ਹੈ। ਮੁੰਡੇ ਦੇ ਚਿਹਰੇ ਤੇ ਨੂਰ ਤੇ ਅੱਖਾਂ ਦੀ ਚਮਕ ਤੋਂ ਕੋਈ ਅੰਦਾਜ਼ਾ ਲਗਾ ਸਕਦਾ ਹੈ ਕਿ ਉਸ ਦਲਦਲ 'ਚੋਂ ਵਾਪਸ ਮੁੜ ਕੇ ਆਇਆ ਜਿਸ ਦਲਦਲ ਦਾ ਕੋਈ ਅੰਤ ਨਹੀਂ। ਉਹ ਬੇਅੰਤ ਹੈ, ਉਹ ਦੁਨੀਆ ਬੰਜਰ ਹੈ, ਉਸ ਦੁਨੀਆ ਦੇ ਵਿੱਚ ਸਿਰਫ ਉਜਾੜ ਹੈ। ਉਹ ਦੁਨੀਆ ਤਬਾਹ ਕਰਕੇ ਰੱਖ ਦਿੰਦੀ ਹੈ। ਮਨਪ੍ਰੀਤ ਸੈਫਦੀਪੁਰੀਆ ਉਹ ਨਾਮ ਜਿਸ ਦਾ ਕਾਲ ਦੇ ਨਾਲ ਤਾਲੁਕ ਜੁੜ ਚੁੱਕਿਆ ਸੀ। ਮਨਪ੍ਰੀਤ ਜੋ ਡਿਪਰੈਸ਼ਨ ਦਾ ਸ਼ਿਕਾਰ ਵੀ ਹੋ ਚੁੱਕਿਆ ਸੀ। ਲੇਕਿਨ ਮਨਪ੍ਰੀਤ ਦੀ ਕਹਾਣੀ ਇਸ ਕਰਕੇ ਦਿਲਚਸਪ ਹੈ ਕਿਉਂਕਿ ਮਨਪ੍ਰੀਤ ਦੀ ਜ਼ਿੰਦਗੀ ਦੇ ਵਿੱਚ ਇੱਕ ਘੋੜਾ ਬਦਲਾ ਲੈ ਕੇ ਆਇਆ। ਮਨਪ੍ਰੀਤ ਅੱਜ ਆਪਣੀ ਜ਼ੁਬਾਨੀ ਖੁਦ ਉਹਨਾਂ ਗੱਲਾਂ ਤੋਂ ਪਰਦਾ ਚੁੱਕੇਗਾ ਜਿਹੜੀਆਂ ਗੱਲਾਂ ਸਿਰਫ ਬਦਨਾਮੀ ਨੂੰ ਹੀ ਸੱਦਾ ਦਿੰਦੀਆਂ ਹਨ। ਰੋਜ਼ਾਨਾ ਸਪੋਕਸਮੈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਖੈਰ ਮਕਦਮ। ਮੇਰਾ ਨਾਮ ਲੰਕੇਸ਼ ਤ੍ਰਿਖਾ, ਮੈਂ ਤੁਹਾਡਾ ਇਸਤਕਬਾਲ ਕਰਦਾ। ਮੁਨੀਰ ਨਿਆਜ਼ੀ ਸਾਹਿਬ ਦੀ ਇੱਕ ਨਜ਼ਮ ਲਿਖੀ ਗਈ ਸੀ ਉਹਨਾਂ ਦੇ ਵੱਲੋਂ। ਕਹਿੰਦੇ ਨੇ ਕਿ ਹਮੇਸ਼ਾ ਦੇਰ ਕਰ ਦੇਤਾ ਹੂੰ ਮੈਂ, कोई बात कहनी हो, कोई वादा निभाना हो, उसे आवाज़ देनी हो, उसे वापस बुलाना हो, हमेशा देर कर देता हूँ मैं। लेकिन साडे सियाने साडे बजुर्ग कहते होंदे ने कि सवेर दा भुलिया जे शामी घर नूं वापस आ जावे तां उस नूं भुलिया नहीं कहंदे। मेरे ठीक पिछे बोर्ड देख सकते हो, लिखिया किला सैफदीपुर, थल्ले लिखिया हैवन। शायद तस्वीरां बयान करन ना करन, वो तस्वीरां ते निर्भर करता है। लेकिन जिहड़ी जगह ते मैं मौजूद हाँ ਉਸ ਦੀ ਫਿਜ਼ਾ ਇਸ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਤੁਸੀਂ ਜੰਨਤ ਦੇ ਵਿੱਚ ਖਲੋਤੇ ਹੋਏ ਹੋ। ਲੇਕਿਨ ਜਿਸ ਸ਼ਖਸੀਅਤ ਨਾਲ ਤੁਹਾਨੂੰ ਮਿਲਾਵਾਂਗਾ, ਜਿਸ ਸ਼ਖਸ ਦੇ ਨਾਲ ਤੁਹਾਨੂੰ ਅੱਜ ਰੂਬਰੂ ਕਰਾਵਾਂਗਾ, ਜਿਸ ਦੇ ਨਾਲ ਤੁਹਾਨੂੰ ਮੁਖਾਤਬ ਕਰਾਵਾਂਗਾ, ਉਹ ਆਪਣੇ ਆਪ ਦੇ ਵਿੱਚ ਉਸਨੇ ਇੱਕ ਮੁਕਾਮ ਹਾਸਲ ਕੀਤਾ ਹੈ। ਉਸ ਨਰਕ ਦੀ ਦੁਨੀਆ 'ਚੋਂ ਵਾਪਸ ਆਇਆ ਤੇ ਉਸਨੇ ਇਸ ਜੰਨਤ ਨੂੰ ਆਪਣੇ ਤਰੀਕੇ ਦੇ ਨਾਲ ਬਣਾਇਆ। ਉਹਦੇ ਕੋਲੋਂ ਜਦੋਂ ਪੁੱਛੋ ਕਿ ਇਸ ਦੇ ਪਿੱਛੇ ਕਿੰਨੀ ਮਿਹਨਤ ਲੱਗੀ, ਕਿੰਨਾ ਸੰਘਰਸ਼ ਹੋਇਆ, ਤੇ ਉਂਗਲ ਉੱਪਰ ਨੂੰ ਚੱਕ ਕੇ ਉਹ ਹਮੇਸ਼ਾ ਕਹਿ ਦਿੰਦਾ ਹੈ ਕਿ ਸਭ ਉਸ ਦੀ ਲੀਲਾ ਹੈ, ਸਭ ਉਸ ਦੀ ਮਰਜ਼ੀ ਹੈ। ਆਓ ਤੁਹਾਨੂੰ ਲੈ ਕੇ ਚੱਲਦਾ ਤੇ ਮਿਲਵਾਨਾ ਮਨਪ੍ਰੀਤ ਸਿੰਘ ਸੈਫਦੀਪੁਰ ਦੇ ਨਾਲ ਤੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ, ਜਾਣਨ ਦੀ ਕੋਸ਼ਿਸ਼ ਕਰਾਂਗੇ ਇਸ ਪੂਰੇ ਜੋ ਇਹਨਾਂ ਨੇ ਇੰਨੀ ਸ਼ਾਨੋ ਸ਼ੌਕਤ ਦੇ ਨਾਲ ਇਸ ਚੀਜ਼ ਨੂੰ ਤਿਆਰ ਕੀਤਾ ਹੈ, ਇਸ ਦੇ ਪਿੱਛੇ ਸੋਚ ਕੀ ਸੀ। ਆਓ ਤੁਹਾਨੂੰ ਲੈ ਕੇ ਚੱਲਦਾ। ਇਸ ਦਰਵਾਜ਼ੇ ਤੋਂ ਅੰਦਰ ਲੰਘਣਾ ਮਤਲਬ ਉਸ ਦੁਨੀਆ ਦੇ ਵਿੱਚ ਕਦਮ ਰੱਖਣ ਦੇ ਬਰਾਬਰ ਹੈ ਜਿਸ ਦੁਨੀਆ ਦੇ ਵਿੱਚ ਕੁਦਰਤ ਸਕੂਨ ਦੇ ਗੀਤ ਗਾਉਂਦੀ ਹੈ। ਹਵਾ ਦੀ ਰਵਾਨਗੀ ਦੇ ਵਿੱਚ ਝੂਲਦੇ ਦਰਖਤ, ਆਪਣੀ ਮੌਜ ਦੇ ਵਿੱਚ ਤੁਰਦੇ ਫਿਰਦੇ ਜੀਵ ਜੰਤੂ, ਸੁੱਖ ਦਾ ਤਜਰਬਾ ਕਰਦੇ ਜਾਨਵਰ। ਇੰਜ ਲੱਗਦਾ ਹੈ ਕਿ ਇਸ ਦੁਨੀਆ ਨੂੰ ਮਨੁੱਖ ਦੀ ਨਜ਼ਰ ਨਹੀਂ ਲੱਗੀ, ਲੇਕਿਨ ਉੱਪਰ ਵਾਲੇ ਦਾ ਰਹਿਮੋ ਕਰਮ ਹੈ ਜਿਸ ਨੇ ਮਨਪ੍ਰੀਤ ਸੈਫਦੀਪੁਰ ਨੂੰ ਇਸ ਕੰਮ ਦੇ ਲਈ ਚੁਣਿਆ। ਮੈਂ ਸ਼ੁਰੂਆਤ ਕੀਤੀ ਉੱਥੇ ਬਾਹਰ ਬੋਰਡ ਦੇ ਕੋਲ ਖਲੋ ਕੇ, ਥੱਲੇ ਲਿਖਿਆ ਹੋਇਆ ਸੀਗਾ ਹੈਵਨ, ਤੇ ਮੈਨੂੰ ਇੰਜ ਲੱਗਿਆ ਜਦੋਂ ਦਰਵਾਜ਼ੇ ਤੋਂ ਅੰਦਰ ਆਇਆ ਕਿ ਮੈਂ ਵਾਕਈ ਜੰਨਤ ਦੇ ਦਰਵਾਜ਼ੇ ਤੋਂ ਅੰਦਰ ਆ ਰਿਹਾ। ਪਹਿਲਾ ਸਵਾਲ ਹੀ ਇਹੀ ਹੈ ਕਿ ਜੰਨਤ ਬਣਾਉਂਦਾ ਕੌਣ ਹੈ? ਸੋਚ ਬਣਾਉਂਦੀ ਹੈ ਜੰਨਤ, ਜਾਂ ਅੰਦਰ ਰਹਿੰਦੇ ਲੋਕ ਬਣਾਉਂਦੇ ਨੇ ਜੰਨਤ, ਜਾਂ ਉਸ ਉੱਪਰ ਵਾਲੇ ਦੀ ਮਰਜ਼ੀ ਹੁੰਦੀ ਹੈ? ਕਿਸ ਤਰ੍ਹਾਂ ਅੱਗੇ ਵੱਧਦੀਆਂ ਨੇ ਚੀਜ਼ਾਂ? ਤੇ ਦੇਖੋ ਬਈ, ਇਹ ਗੱਲ ਤਾਂ ਬਹੁਤ ਸੋਹਣਾ ਸਵਾਲ ਆ। ਆਪਾਂ ਨੂੰ ਖੁਦ ਨਹੀਂ ਪਤਾ ਜਦੋਂ ਆਪਾਂ ਪਰਮੇਸ਼ਰ ਦਾ ਰਾਹ ਫੜਦੇ ਨਾ ਬਈ, ਸੋਚਿਆ ਨਹੀਂ ਹੁੰਦਾ ਜੇ ਆਪਾਂ ਕਹੀ ਸੋਚੇ ਕਿ ਉਹ ਖੂਬਸੂਰਤ ਆ, ਉਹ ਬਹੁਤ ਖੂਬਸੂਰਤ ਆ, ਨਿਰਾ ਇਸ਼ਕ ਆ।
ਜਦੋਂ ਆਪਾਂ ਤੁਰਦੇ ਆ ਤੁਹਾਨੂੰ ਹਰ ਚੀਜ਼ ਅੰਦਰੋਂ ਉੱਠਦਾ ਵੀ ਯਾਰ ਤੂੰ ਐ ਕਰਦੇ ਕਿਉਂਕਿ ਦਰਵਾਜ਼ਾ ਘਰ ਉਹਦਾ ਨਾ, ਤਾਂ ਉਹ ਆਪੇ ਹੀ ਇਹੋ ਜਿਹੇ ਵਿਚਾਰ ਕਰੀ ਜਾਂਦਾ, ਆਪਾਂ ਪੜਾਈ ਜਾਂਦੇ ਆ ਤਾਂ ਉਹ ਇੰਨਾ ਕੁ ਹੋ ਜਾਂਦਾ ਵੀ ਮੁੜ ਕੇ ਆਪਾਂ ਨੂੰ ਲੱਗਦਾ ਵੀ ਵਾਕਈ ਯਾਰ ਮੈਂ ਉਹਦੇ ਘਰ ਪਹੁੰਚ ਗਿਆ। ਸੋਚ ਦੀ ਗੱਲ ਹੈ ਗੱਲ। ਦੂਜੀ ਗੱਲ ਸੋਚ ਵੀ ਵਿੱਚ ਹੈ, ਜਿਸ ਦਿਨ ਸੋਚ ਪਤਾ ਨਕਾਰਾਤਮਕ ਸੀ ਉਹੋ ਜਿਹਾ ਸਭ ਕੁਝ ਹੁੰਦਾ ਸੀ। ਨਿਗਾਹ ਸੀ ਐਨਕ, ਚਾਹੇ ਤੁਸੀਂ ਗਲਾਸ ਦੀ ਇੱਕ ਨਿਕਾਲੀ ਐਨਕ ਲਾਓਗੇ ਤੁਹਾਨੂੰ ਉਵੇਂ ਦਾ ਦਿਖੂ, ਕਾਲੀ ਲਾਓਗੇ ਕਾਲਾ। ਉਸ ਟਾਈਮ ਜਦੋਂ ਪਹਿਲਾਂ ਮੇਰੀ ਲਾਈਫ ਪਾਸਟ ਮਾੜਾ ਰਿਹਾ ਤਾਂ ਕਾਲੀ ਚਸ਼ਮੇ ਸੀ, ਮੈਨੂੰ ਹਰ ਚੀਜ਼ ਕਾਲਾ ਨੈਗੇਟਿਵ ਪੂਰਾ ਦਿਖਦਾ ਸੀ। ਜਦੋਂ ਮੈਂ ਉਤਾਰ ਕੇ ਤੇ ਉਹ ਪਰਮੇਸ਼ਵਰ ਦਾ ਨਿਗਾਹ ਵਾਲਾ ਚਸ਼ਮਾ ਲਾਇਆ ਤਾਂ ਮੈਨੂੰ ਮਾੜੀ ਚੀਜ਼ ਵੀ ਉਹਨੂੰ ਖੂਬਸੂਰਤ ਦੇਖਦੀ, ਉਹਨੂੰ ਹੋਰ ਖੂਬਸੂਰਤ ਕਿਵੇਂ ਬਣਾਵਾਂ। ਕਿਉਂਕਿ ਦੋ ਚੀਜ਼ਾਂ ਹੈ ਬਾਈ, ਹਰ ਇਨਸਾਨ ਦੇ ਅੰਦਰ ਬੁਰਾਈ ਦੇ ਨਾਲ ਚੰਗਿਆਈ, ਚੰਗਿਆਈ ਨਾਲ ਬੁਰਾਈ ਪੈਰਲਲ ਚੱਲਣਗੀਆਂ। ਗੱਲ ਤਾਂ ਸੋਚਦੀ ਹੋਈ ਗੱਲ ਆ ਗਈ ਜੇ ਤੁਸੀਂ ਕਿੱਧਰ ਨੂੰ ਤੁਰਨਾ ਕਿਹੜਾ ਰਾਹ। ਤਾਂ ਜਦੋਂ ਮੈਂ ਆਪਦਾ ਪੁਰਾਣਾ ਪਾਸਟ ਮਾੜਾ ਸੀਗਾ ਤਾਂ ਮੈਨੂੰ ਹਰ ਚੀਜ਼ ਮਾੜੀ ਲੱਗਦੀ ਸੀ, ਕਿਉਂਕਿ ਮੇਰੇ ਅੰਦਰ ਕਰਮ ਹੀ ਮਾੜਾ ਹੋਣਾ, ਨਿਗਾਹ ਮਾੜੀ ਸੀ ਤੇ ਕਰਮ ਮਾੜਾ, ਸੋਚ ਮਾੜੀ। ਜਦੋਂ ਉਹੀ ਪਰਿਵਰਤਨ ਪਤਾ ਨਹੀਂ ਲੱਗਾ, ਇਹ ਵੀ ਉਹਦਾ ਹੁਕਮ ਸੀ ਪਰਿਵਰਤਨ, ਆਪਾਂ ਨਹੀਂ ਸੋਚਿਆ ਸੀਗਾ ਇਹ ਚੀਜ਼ ਕਰਨੀ ਹੈ, ਪਰ ਜਦੋਂ ਹੁਕਮ ਹੋਇਆ ਬਸ ਉਸ ਤੋਂ ਬਾਅਦ ਉਹੀ ਗੱਲ ਫਿਰ ਅੰਦਰੋਂ ਨਿਗਾਹ ਹੀ ਐਵੇਂ ਦੀ ਹਰ ਚੀਜ਼ ਜੋ ਨਿਕਲਦਾ ਰਿਹਾ ਚੰਗਾ ਚੰਗਾ ਚੰਗਾ, ਤੇ ਉਹ ਬਾਕੀ ਤੁਹਾਡੇ ਸਾਹਮਣੇ। ਜ਼ਿੰਦਗੀ 'ਚ ਦੋਸਤੋ ਬਹੁਤ ਸਾਰੇ ਮੌਕਾਮ ਆਉਂਦੇ ਨੇ। ਮੌਕਾਮ ਕੀ ਹੁੰਦੇ ਨੇ? ਮੌਕਾਮ ਇਹ ਹੁੰਦੇ ਨੇ ਕਿ ਤੁਹਾਨੂੰ ਸੁੱਟ ਕੇ ਪਰਾਂ ਵੀ ਰੱਖ ਦਿੰਦੇ ਨੇ, ਤੇ ਕਈ ਵਾਰੀ ਜਦੋਂ ਰੱਬ ਦੀ ਮਿਹਰ ਹੋ ਜਾਂਦੀ ਹੈ ਤੇ ਲਹਿਰਾਂ ਬਹਿਰਾਂ ਵੀ ਹੋ ਜਾਂਦੀਆਂ। ਜਿਸ ਸ਼ਖਸ ਦਾ ਜ਼ਿਕਰ ਕੀਤਾ ਸੀਗਾ ਸ਼ੁਰੂਆਤ ਦੇ ਵਿੱਚ, ਸੈਫਦੀਪੁਰ ਸਾਡੇ ਨਾਲ ਨੇ। ਇਹ ਉਹ ਸ਼ਖਸ ਨੇ ਜਿਨ੍ਹਾਂ ਨੇ ਜ਼ਿੰਦਗੀ ਦੇ ਕੌੜੇ ਘੁੱਟ ਵੀ ਭਰੇ ਨੇ। ਇਹਨਾਂ ਦੇ ਤਜਰਬੇ ਤੋਂ ਅੱਜ ਸਿੱਖਣ ਨੂੰ ਉਹਨਾਂ ਲੋਕਾਂ ਨੂੰ ਮਿਲੇਗਾ, ਉਸ ਨੌਜਵਾਨ ਪੀੜ੍ਹੀ ਨੂੰ ਮਿਲੇਗਾ ਜੋ ਭਟਕ ਜਾਂਦੀ ਹੈ। ਭਟਕਣ ਤੋਂ ਬਾਅਦ ਉਸ ਸਟੇਜ ਤੇ ਪਹੁੰਚ ਜਾਂਦੇ ਨੇ, ਉਸ ਜਗ੍ਹਾ ਤੇ ਪਹੁੰਚ ਜਾਂਦੇ ਨੇ ਜਿੱਥੇ ਜਾ ਕੇ ਉਹਨਾਂ ਦੀ ਸੋਚ ਇਹ ਹੋ ਜਾਂਦੀ ਹੈ ਕਿ ਹੁਣ ਵਾਪਸ ਮੁੜਿਆ ਨਹੀਂ ਜਾ ਸਕਦਾ। ਲੇਕਿਨ ਇਹ ਸ਼ਖਸ ਮੁੜ ਕੇ ਆਇਆ, ਇਹ ਉਸ ਜਗ੍ਹਾ ਤੋਂ, ਉਸ ਦਰਵਾਜ਼ੇ ਤੋਂ ਮੁੜ ਕੇ ਆਇਆ ਜਿੱਥੇ ਜਾ ਕੇ ਸਿਰਫ ਕਾਲਾ ਹਨੇਰਾ ਹੀ ਦੇਖਣ ਨੂੰ ਮਿਲਦਾ ਹੈ, ਜਿੱਥੇ ਜਾ ਕੇ ਚੀਜ਼ਾਂ ਖਰਾਬ ਹੋ ਜਾਂਦੀਆਂ ਨੇ। ਜ਼ਿੰਦਗੀ ਮੌਕੇ ਦਿੰਦੀ ਹੈ, ਜ਼ਿੰਦਗੀ ਸੁਧਾਰ ਦੇ ਲਈ ਕਿਸੇ ਨੂੰ ਜ਼ਰੀਆ ਬਣਾ ਕੇ ਭੇਜਦੀ ਹੈ। ਜੋ ਜ਼ਰੀਏ ਦਾ ਹੱਥ ਫੜ ਲੈਂਦਾ ਹੈ ਉਹ ਤਾਂ ਸਮੁੰਦਰ ਲੰਘ ਜਾਂਦਾ ਹੈ, ਲੇਕਿਨ ਜੋ ਉਸ ਜ਼ਰੀਏ ਨੂੰ ਠੁਕਰਾ ਦਿੰਦਾ ਹੈ ਉਹ ਫਿਰ ਰੁੱਲ ਜਾਂਦਾ ਹੈ। ਰੱਬ ਦੀ ਮਿਹਰ ਕਹੋ ਜਾਂ ਕਹੋ ਕਿ ਤਕਦੀਰ ਬਦਲਣ ਜਾ ਰਹੀ ਸੀ ਮਨਪ੍ਰੀਤ ਦੀ, ਕਿਉਂਕਿ ਇੱਕ ਘੋੜਾ ਮਨਪ੍ਰੀਤ ਦੀ ਜ਼ਿੰਦਗੀ ਦੇ ਵਿੱਚ ਦਸਤਕ ਦੇਣ ਜਾ ਰਿਹਾ ਸੀ। ਕਿਸ ਤਰ੍ਹਾਂ ਇਸ ਘੋੜੇ ਨੇ ਮਨਪ੍ਰੀਤ ਦਾ ਰਾਹ ਬਦਲਤਾ, ਤੁਸੀਂ ਖੁਦ ਸੁਣੋ ਉਹ ਮਜ਼ੇਦਾਰ ਕਿੱਸਾ। ਦੋਸਤੋ, ਮਨਪ੍ਰੀਤ ਸੈਫਦੀਪੁਰ ਸਾਹਿਬ ਕਹਿੰਦੇ ਨੇ ਕਿ ਆ ਹਾਰਸ ਕੈਨ ਚੇਂਜ ਦਾ ਲਾਈਫ। ਇੱਕ ਘੋੜਾ ਜ਼ਿੰਦਗੀ ਦੇ ਵਿੱਚ ਪਰਿਵਰਤਨ ਲੈ ਕੇ ਆ ਸਕਦਾ ਹੈ, ਇੱਕ ਘੋੜਾ ਜ਼ਿੰਦਗੀ ਦੇ ਵਿੱਚ ਬਦਲਾਅ ਲੈ ਕੇ ਆ ਸਕਦਾ ਹੈ। ਤੁਹਾਡੀ ਜ਼ਿੰਦਗੀ ਦੇ ਵਿੱਚ ਘੋੜਾ ਦਸਤਕ ਦਿੰਦਾ ਹੈ। ਪਹਿਲੀ ਗੱਲ ਤਾਂ ਇਹ, ਦਸਤਕ ਕਿਵੇਂ ਦਿੰਦਾ ਹੈ, ਇਹਦੇ ਪਿੱਛੇ ਦਾ ਇਤਿਹਾਸ ਕੀ ਹੈ, ਤੇ ਇਸ ਘੋੜੇ ਦੀ ਬਦੌਲਤ ਜੋ ਸਾਡੇ ਸਾਹਮਣੇ ਖੜਾ ਹੋਇਆ, ਵੱਡੇ ਵੱਡੇ ਲੋਕਾਂ ਨੇ ਆ ਕੇ ਬੜੇ ਮਿਹਣੇ ਵੀ ਮਾਰੇ ਹੋਣਗੇ ਇਸ ਨੂੰ ਲੈ ਕੇ, ਲੇਕਿਨ ਤੁਹਾਡਾ ਜਵਾਬ ਉਹਨਾਂ ਨੂੰ ਇਹੀ ਹੁੰਦਾ ਸੀਗਾ ਕਿ ਇਸ ਨੇ ਮੇਰੀ ਜ਼ਿੰਦਗੀ ਬਦਲੀ ਹੈ, ਇਹ ਤਾਂ ਕਿਤੇ ਨਹੀਂ ਜਾਂਦਾ, ਇਹ ਇੱਥੇ ਹੀ ਰਹੇਗਾ। ਕਿਸ ਤਰ੍ਹਾਂ ਇਹ ਘੋੜਾ ਜਿਹੜਾ ਹੈਗਾ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਂਦਾ ਤੇ ਕਿਸ ਤਰ੍ਹਾਂ ਤੁਹਾਡੀ ਜ਼ਿੰਦਗੀ 'ਚ ਬਦਲਾਅ ਆਉਂਦਾ? ਬਾਈ ਜੀ ਇਹਦਾ ਨਾਂ ਹੈ ਨੂਰੀ। ਇਹ ਉਹ ਘੋੜੀ ਹੈ ਜਿਹੜੀ ਮੈਨੂੰ ਕਾਰਸੇ ਵਾਲੇ ਸੰਤਾਂ ਨੇ ਸਭ ਤੋਂ ਪਹਿਲਾਂ ਦਿੱਤੀ ਸੀ। ਸਭ ਤੋਂ ਪਹਿਲਾਂ ਮੇਰੇ ਫਾਰਮ ਤੇ ਆਈ ਆ। ਤੁਸੀਂ ਕੀ ਆ, ਮੈਨੂੰ ਪਤਾ ਨਹੀਂ ਸੀ ਕੁਝ ਵੀ। ਇਹਦੀ ਬਹੁਤ ਮਤਲਬ ਨਾਰਮਲ ਹਾਈਟ ਦੀ ਘੋੜੀ ਹੈ ਇਹ, ਠੀਕ ਆ। ਇਹਦੇ ਉਹ ਕਰੈਕਟਰ ਨਹੀਂ ਆ ਜੋ ਅੱਜ ਆਪਾਂ ਬਰੀਡਿੰਗ ਲਾਈਨ 'ਚ ਰਹਿੰਦੇ, ਜੋ ਮੰਗਦੇ ਲੋਕ ਹਾਈ ਕੁਆਲਿਟੀ ਬਰੀਡਿੰਗ। ਤਾਂ ਹੋਇਆ ਕੀ ਸੀ, ਇਸ ਘੋੜੀ ਦੀ ਬਦੌਲਤ ਇਹ ਘੋੜੀ ਗੁਰੂ ਤੇਗ ਬਹਾਦਰ ਸਾਹਿਬ ਦੇ ਇਤਿਹਾਸਿਕ ਗੁਰੂ ਘਰ ਹੁੰਦੀ ਸੀ। ਅੱਛਾ, ਠੀਕ ਹੈ ਜੀ। ਮੈਂ ਪੈਲੇਸ ਬਣਾ ਰਿਹਾ ਸੀ ਚੰਡੀਗੜ੍ਹ ਹੀ, ਤਾਂ ਮੈਂ ਸੰਤਾਂ ਤੋਂ ਜਿਨ੍ਹਾਂ ਤੋਂ ਅੱਗੇ ਲਈ ਸੰਤ ਬਾਬਾ ਜਗਜੀਤ ਸਿੰਘ ਸੀ ਹਰਕੋਵਾਲ, ਉਹਨਾਂ ਮੈਨੂੰ ਰੋਕਿਆ ਸੀ, ਪਰ ਮੈਂ ਚਲੋ ਲੱਗਾ ਰਿਹਾ। ਪਰ ਜਦੋਂ ਕੰਮ ਅੜ ਗਿਆ 1.5 ਸਾਲ ਬਾਅਦ, ਤਾਂ ਉਹਨਾਂ ਮੈਨੂੰ ਕਿਹਾ, ਮੈਂ ਬੜਾ ਡਾਊਨ ਰਹਿਣ ਲੱਗ ਗਿਆ, ਤਾਂ ਕਹਿੰਦਾ ਤੂੰ ਘੋੜੀਆਂ ਰੱਖ। ਤਾਂ ਮੈਨੂੰ ਹਾਸੀ ਵੀ ਆਈ ਵੀ ਮੈਂ ਕਿੱਥੋਂ ਘੋੜੀ ਰੱਖ ਲੂੰਗਾ ਨਾ, ਤਾਂ ਮੈਂ ਆਪਦਾ ਉਹਨੂੰ ਸਾਂਭ ਨਹੀਂ ਸਕਦਾ, ਘੋੜੀ ਕਿੱਥੋਂ ਸਾਂਭੂਗਾ ਨਾ। ਤਾਂ ਉਸ ਤੋਂ ਬਾਅਦ ਮੈਨੂੰ ਨਾ ਸੰਤਾਂ ਨੇ ਕਿਹਾ ਸੀਗਾ ਵੀ ਤੂੰ ਮਾਘ ਦਾ ਮਹੀਨਾ ਗੁਰੂ ਘਰ ਜ਼ਰੂਰ ਲਾਇਆ ਕਰ, ਤੂੰ ਅੱਗੇ ਪਿੱਛੇ ਸਾਲ 'ਚ ਕਦੇ ਹੋ ਗਿਆ ਚੱਲ ਗਿਆ, ਪਰ ਜਿਹੜਾ ਮਾਘ ਆ ਇੱਕ ਨਿਤਨੇਮ ਬਣਾ ਲਾ ਵੀ ਪੂਰਾ ਮਹੀਨਾ ਤੂੰ ਜਾਣਾ, ਕਿਉਂਕਿ ਇਹ ਦਲਿੱਦਰ ਦਾ ਮੌਸਮ ਆ ਤੇ ਠੰਡ ਹੁੰਦੀ ਆ ਤੇ ਉੱਠਿਆ ਨਹੀਂ ਜਾਂਦਾ, ਮਨ ਨਹੀਂ ਕਰਦਾ। ਪਰ ਇੱਕ ਨਿਤਨੇਮ ਕਰਕੇ ਮੈਂ ਚਲੋ ਜੀ ਮੇਰਾ ਬੜਾ ਸੋਹਣਾ ਨਿਤਨੇਮ ਬਣਿਆ, ਮੈਂ ਸਵੇਰੇ ਉੱਠ ਕੇ ਜਾਣਾ ਗੁਰੂ ਘਰ, ਤੇ 5 ਸਾਢੇ 5 ਮੈਂ ਫ੍ਰੀ ਹੋ ਜਾਂਦਾ ਸੀ, ਤੇ ਮੈਂ ਸੰਤਕਾਰ ਸੇ ਵਾਲੇ ਸੰਤਾਂ ਕੋਲ ਚੱਲ ਜਾਣਾ ਕਰਨਾ, ਬੈਠ ਜਾਂਦਾ। ਬੜਾ ਪਿਆਰ ਸੰਤ ਬਾਬਾ ਦੀਵਾਨ ਸਿੰਘ ਜੀ ਸੀ ਸ਼ਰੀਰ ਤੇ ਅੱਗੇ, ਤਾਂ ਉਹਨਾਂ ਨੇ ਮੈਨੂੰ ਕਹਿੰਦੇ ਵੀ ਮਨਪ੍ਰੀਤ ਨੂੰ ਇੱਕ ਚੀਜ਼ ਦੇਣੀ। ਮੈਂ ਕਿਹਾ ਹਾਂਜੀ। ਕਹਿੰਦੇ ਆ ਘੋੜੀ ਲੈ ਜਾ। ਤਾਂ ਮੈਂ ਹੱਸਿਆ, ਮੇਰੀ ਵਾਈਫ ਹੱਸੇ ਵੀ ਦੱਸ ਇਹ ਆਪਦਾ ਨੂੰ ਬੰਦਾ ਸਾਂਭ ਨਹੀਂ ਸਕਦਾ, ਘੋੜਾ ਕਿੱਥੋਂ ਹੱਸੂਗਾ। ਚਲੋ ਅਸੀਂ ਲਏ, ਉਹਨਾਂ ਪੈਸੇ ਵੀ ਨਾ ਮੇਰੇ ਤੋਂ ਲਏ ਬਈ। ਬਟ ਇਸ ਦੌਰਾਨ ਤੁਸੀਂ ਡਿਪਰੈਸ਼ਨ 'ਚ ਵੀ ਸੀਗੇ ਬਹੁਤ, ਕਿਉਂਕਿ ਡਿਪਰੈਸ਼ਨ ਨੇ ਨਸ਼ਾ ਵੀ ਕਰ ਰਿਹਾ ਸੀ, ਛੱਡਦਾ ਸੀ, ਕਰਦਾ ਸੀ, ਕਿਉਂ ਤ੍ਰਿਸ਼ਨਾ ਕਰਨ ਦਾ ਮਨ ਨਹੀਂ ਸੀ, ਪਰ ਮੈਨੂੰ ਮਜਬੂਰੀ ਸੀ, ਕਰਨਾ ਪੈਂਦਾ ਸੀ। ਡਿਪਰੈਸ਼ਨ ਦਾ ਇਹ ਹਾਲ ਹੋ ਗਿਆ ਸੀਗਾ ਵੀ ਮੇਰੇ ਈਵਨ CCTs ਹੋਈਆਂ ਹਨ, ਤਾਂ ਉਹ ਜਦੋਂ ਮੈਂ ਗੁਰੂ ਘਰ ਜਾਂਦਾ ਸਕੂਨ ਮਿਲਦਾ ਸੀ ਉੱਥੇ ਮੈਨੂੰ। ਤਾਂ ਉਹਨਾਂ ਨੇ ਮੈਨੂੰ ਕਿਹਾ ਤੂੰ ਚੱਲ, ਜਦੋਂ ਮੈਂ ਲੈ ਕੇ ਆਇਆ ਪਿੰਡ ਤੱਕ ਅਜੇ ਪਹੁੰਚਿਆ ਨਹੀਂ, ਤਾਂ ਮੈਨੂੰ ਕਹਿਣ ਲੱਗ ਪਏ ਵੀ ਤੂੰ ਇਹ ਘੋੜੀ ਬੱਚਾ ਨਹੀਂ ਦਿੰਦੀ। ਮੇਰਾ ਵੱਡਾ ਭਰਾ ਹੀ ਆਪਣਾ, ਉਹ ਕਹਿੰਦਾ ਮਨਪ੍ਰੀਤ, ਕਿਉਂਕਿ ਉਹ ਘੋੜਾ ਸ਼ੌਕੀਨ ਸੀ, ਉਹਨੂੰ ਨੌਲੇਜ ਬਹੁਤ ਸੀ। ਤੇ ਮੈਂ ਕਿਹਾ ਚਲੋ ਬਈ ਆਪਾਂ ਕੀ ਲੈਣਾ ਆ। ਇਹ ਘੋੜੀ ਹੁਣ ਜਿਹਨੇ ਗੁਰੂ ਘਰ ਤਕਰੀਬਨ 5-6 ਸਾਲ ਰਹੀ ਨੇ, ਗੁਰਬਾਣੀ ਬਹੁਤ ਬਈ ਸਰਵਣ ਕੀਤੀ ਹੈ ਤਾਂ ਜੀ ਇਹਨੇ ਗੁਰਬਾਣੀ ਕੀਤੀ। ਇਹ ਆਈ ਨੈਕਸਟ ਡੇ, ਮਤਲਬ ਬੜੇ ਵੱਡੇ ਉਹ ਨੇ ਸਮਾਜ ਸੇਵੀ ਨੇ ਰਾਏ ਸਾਹਿਬ, ਉਹ ਆਏ। ਤਾਂ ਮੇਰੇ ਉਹਨਾਂ ਨੇ ਵੇਖੋ ਇਹਦੇ ਆਉਣ ਨਾਲ ਉਹਨਾਂ ਨੇ ਮੈਨੂੰ
ਫਾਰਮ ਨੂੰ ਫਾਈਨੈਂਸ਼ੀਅਲ ਹੈਲਪ ਕਰਨ ਲੱਗ ਪਏ ਵੀ ਤੂੰ ਇੰਨਾ ਸੋਹਣਾ ਕੰਮ ਕਰਦਾ, ਮੈਂ ਤੇਰੇ ਲਈ ਕੁਝ ਕਰੂੰਗਾ, ਵੀ ਕਰਮ ਇਹਦੇ ਪੈਰ ਐਸੇ ਪਏ। ਉਸ ਤੋਂ ਬਾਅਦ ਜਦੋਂ ਮੈਂ ਵੱਡਾ ਲਾਈਨ 'ਚ ਵਧੀ ਗਿਆ, ਚੰਗੇ ਚੰਗੇ ਬਰੀਡਰ ਆਉਣ ਲੱਗ ਪਏ, ਤਾਂ ਉਹਨਾਂ ਨੇ ਮੈਨੂੰ ਕਿਹਾ, ਕਹਿਣ ਲੱਗ ਪਏ ਨਾ ਬੇਟਾ, ਬਰੀਡਰ ਕਹਿਣ ਲੱਗ ਪਏ ਵੀ ਯਾਰ ਆਹ ਘੋੜੀ ਕਿਉਂ ਖੜਾਈ ਆ, ਵੀ ਇਹ ਘੋੜੀ ਦੀ ਹਾਈਟ ਨਹੀਂ ਆ, ਕੁਛ ਨਹੀਂ ਆ, ਇਹ ਘੋੜੀ ਹੈ ਨਾ, ਇਹ ਕਿਸੇ ਕੰਮ ਦੀ ਨਹੀਂ। ਤਾਂ ਹੋਇਆ ਕਿ ਮੈਂ ਉਹਨਾਂ ਨੂੰ ਦੱਸਿਆ ਵੀ ਇਹ ਘੋੜੀ ਨਹੀਂ ਜਾਊਗੀ ਫਾਰਮ ਤੋਂ, ਸਾਰਾ ਫਾਰਮ ਖਾਲੀ ਹੋ ਜੇ, ਇਹ ਘੋੜੀ ਫਾਰਮ ਤੋਂ ਨਹੀਂ ਨਿਕਲੇਗੀ। ਕਾਰਨ ਕੀ ਸੀ, ਇਸ ਘੋੜੀ ਨੇ ਤਾਂ ਇਸ ਫਾਰਮ ਦਾ ਨਾਂ ਬਣਾਇਆ, ਇਸ ਫਾਰਮ ਨੂੰ, ਇਸ ਫਾਰਮ ਤੇ ਜੋ ਅੱਜ ਵੀ ਹੈਗਾ, ਜੋ ਕੁਝ ਹੈਗਾ, ਸਭ ਇਸ ਘੋੜੀ ਦੀ ਬਦੌਲਤ ਆ। ਤਾਂ ਕਾਰਨ ਉਹੀ ਗੱਲ ਆ ਗਈ ਸੀ ਵੀ ਹਾਈਟ ਨਹੀਂ ਸੀ, ਕਰੈਕਟਰ ਨਹੀਂ ਸੀ, ਵੀ ਤੂੰ ਇਹਨੂੰ ਕਿਉਂ ਦਾਣਾ ਪਾਉਣਾ, ਤੂੰ ਮਹਿੰਗੀ ਨੂੰ ਵੀ ਉਹਨਾਂ ਪਾਉਣਾ ਤੇ ਸਸਤੀ ਨੂੰ ਵੀ ਪਾਉਣਾ। ਤਾਂ ਮੈਂ ਕਿਹਾ ਨਹੀਂ, ਗੱਲ ਸਭ ਦਾਣੇ ਤੇ ਨਹੀਂ ਮੁੱਕਦੀ, ਗੱਲ ਦਾਣੇ ਲਿਆਉਣ ਵਾਲੇ ਤੇ ਵੀ ਗੱਲ ਆ। ਲੈ ਕੇ ਇਹ ਆਈ ਆ ਤਾਂ ਆਪਾਂ ਇਹਨੂੰ ਕਿਵੇਂ ਬੇਗਾਰਾ ਕਰ ਦਾਂਗੇ, ਠੀਕ ਹੈ। ਇਹਦੀ ਬਦੌਲਤ ਅੱਜ ਆਪਾਂ ਬਣੇ, ਆਪਾਂ ਦਿਨ ਨਹੀਂ ਕਦੀ ਭੁੱਲਣਾ ਆਪਣਾ। ਤਾਂ ਫਿਰ ਆ ਤੁਹਾਡੇ ਸਾਹਮਣੇ ਆ, ਇਹ ਕਰਮ ਵਾਲੀ ਐਸੀ ਆ ਵੀ ਅੱਜ ਜੋ ਵੀ ਆ ਮੈਂ ਸ਼ੁਰੂਆਤ ਇਹਦੇ ਪੈਰਾਂ ਨਾਲ ਹੋਈ ਆ। ਤਾਂ ਹੋਇਆ ਕਿ ਬਸ ਫਿਰ ਉਸ ਤੋਂ ਬਾਅਦ ਇਹਦੇ ਬੱਚਿਆਂ ਨੇ ਹੁੰਦੇ ਤੇ 4 ਬੱਚੇ ਹੋਏ, ਫਿਰ ਹੌਲੀ ਹੌਲੀ ਕਰਦਿਆਂ ਅੱਜ ਤੁਹਾਡੇ ਸਾਹਮਣੇ 9-10 ਜਾਨਵਰ ਨੇ, ਤੇ ਚੰਗਾ ਮਤਲਬ ਨਾਮ ਬਣਾਤਾ ਪਰਮੇਸ਼ਰ ਨੇ ਇਸ ਲਾਈਨ 'ਚ ਘੋੜਿਆਂ ਦੀ। ਤੇ ਸੋਚਿਆ ਮੈਂ 1 ਪੈਸਾ ਵੀ ਨਹੀਂ ਸੀ ਵੀ ਮੈਂ ਕਦੀ ਇਸ ਲਾਈਨ 'ਚ ਆਊਂਗਾ, ਜਾਂ ਮੈਂ ਇਸ ਬੰਦਿਆਂ ਨੂੰ ਉੱਠੂੰਗਾ ਬਹੂੰਗਾ, ਜਾਂ ਮੈਂ ਕੋਈ ਕਰੂੰਗਾ ਕੁਛ ਐਸਾ। ਪਰ ਇਹਦੇ ਆਉਣ ਕਰਕੇ ਕੀ ਹੋਇਆ, ਜਿੱਦਾਂ ਛੋਟੀ ਉਮਰ ਦੇ ਮੁੰਡੇ ਸੀਗੇ ਸਾਡੇ, ਉਹਨਾਂ ਨੇ ਆਉਣਾ ਫੋਟੋ ਕਰਾਉਣ ਫੇਸਬੁੱਕ ਵਾਸਤੇ ਘੋੜਿਆਂ ਨਾਲ, ਤਾਂ ਨਾਲ ਉਹਨਾਂ ਦੇ ਪ੍ਰੋਫੈਸ਼ਨਲ ਫੋਟੋਗ੍ਰਾਫਰ ਲੈ ਕੇ ਆਉਂਦੇ ਹੁੰਦੇ ਸੀ, ਜਿਹਨੂੰ ਆਪਾਂ ਤਾਂ ਕੋਈ ਪੈਸਾ ਨਹੀਂ ਲੈਂਦੇ, ਚੱਲ ਕਰ ਲੈਣ ਸ਼ੌਂਕ ਪੂਰਾ, ਫੋਟੋਆਂ ਕਰਾਉਣ ਲੱਗ ਗਏ। ਉਹਨਾਂ ਨਾਲ ਜਿਹੜੇ ਫੋਟੋਗ੍ਰਾਫਰ ਆਉਂਦੇ ਸੀ ਉਹ ਫਿਰ ਮੈਨੂੰ ਕਹਿਣ ਲੱਗੇ ਭਾਈ ਸਾਡੇ ਪ੍ਰੀ ਵੈਡਿੰਗਸ ਅਸੀਂ ਕਰਦੇ ਹਾਂ, ਤਾਂ ਲੋਕਲ ਘੋੜੀ ਨਹੀਂ ਹੈ ਛੇਤੀ ਕਿਸੇ ਕੋਲ, ਤੇ ਸਾਡੇ ਅਪਰੋਚ 'ਚ ਨਹੀਂ ਅਸੀਂ ਕੀ ਘੋੜਿਆਂ ਨਾਲ ਸਿੰਕ ਲੈ ਸਕਦੇ ਪ੍ਰੀ ਵੈਡਿੰਗ ਦੇ। ਮੈਂ ਜੀ ਸਦਕੇ ਲਓ ਯਾਰ। ਉਹ ਪ੍ਰੀ ਵੈਡਿੰਗ ਜੋ ਘੋੜਿਆਂ ਨੇ ਕਰਨ ਲੱਗ ਪਏ, ਆ ਕੇ ਇੱਥੇ ਸਿੰਕ ਲੈਣ ਲੱਗ ਪਏ। ਫਾਰਮ ਬਣਿਆ ਹੋਇਆ ਸੀਗਾ, ਹੌਲੀ ਹੌਲੀ ਬਣ ਰਿਹਾ ਸੀਗਾ ਉਦੋਂ। ਤਾਂ ਹੁੰਦਾ ਕੀ ਹੋਇਆ, ਉਹਨਾਂ ਮੈਨੂੰ ਐਡਵਾਈਸ ਕਰਨ ਲੱਗ ਗਏ ਵੀ ਭਾਜੀ ਥੋੜ੍ਹਾ ਜਿਹਾ ਐਂ ਬਣਾ ਦਿਓ, ਥੋੜ੍ਹਾ ਜਿਹਾ ਐਂ ਬਣਾ ਦਿਓ, ਥੋੜ੍ਹਾ ਜਿਹਾ ਐਂ ਬਣਾ ਦਿਓ, ਵੀ ਸਾਨੂੰ ਕਿਤੇ ਹੋਰ ਨਹੀਂ ਜਾਣਾ ਪਊਗਾ, ਇੱਕ ਥਾਂ ਸਾਡੀ ਸਾਰਾ ਸ਼ੂਟ ਹੋ ਜਾਊ। ਤਾਂ ਬਣਾਉਂਦੇ ਫਾਰਮ ਬਣ ਗਿਆ ਉਹਨਾਂ ਦੇ ਕਹਿਣ ਦੇ ਨਾਲ, ਪਰ ਮੁੜ ਕੇ ਉਹ ਐਸਾ ਕੰਮ ਬਣਿਆ ਵੀ ਕਿੱਤਾ ਬਣ ਗਿਆ। ਘੋੜਿਆਂ ਤੋਂ ਕੰਮ ਦੇ ਨਾਲ ਨਾਲ ਮੈਨੂੰ ਪ੍ਰੀ ਵੈਡਿੰਗ ਸਟੂਡੀਓ ਬਣ ਗਿਆ। ਉਹ ਪ੍ਰੀ ਵੈਡਿੰਗ ਦੇ ਨਾਲ ਨਾਲ ਕਰਦਿਆਂ ਹੌਲੀ ਹੌਲੀ ਗਾਣੇ ਸ਼ੂਟ ਹੋਣ ਲੱਗ ਗਏ, ਗਾਣਿਆਂ ਵਾਲੇ ਜਾਣ ਲੱਗ ਗਏ ਕਾਫੀ, ਗਾਣੇ ਦੇ ਸ਼ੂਟ ਹੋਣ ਲੱਗੇ। ਗਾਣਿਆਂ ਤੋਂ ਬਾਅਦ ਹੌਲੀ ਹੌਲੀ ਮੂਵੀਜ਼ ਦੇ ਆਉਣ ਲੱਗ ਪਏ। ਤੇ ਹੁਣ ਤੁਹਾਡੇ ਸਾਹਮਣੇ ਹੁਣ ਇੰਨਾ ਵੀ ਹੁਣ ਮੇਰਾ ਇੱਕ ਆ ਵੀ ਵੱਡੇ ਲੈਵਲ ਦਾ ਕੰਮ, ਕਿਉਂਕਿ ਰਿਲੇਸ਼ਨ ਬਿਲਡਅਪ ਹੋਣ ਲੱਗ ਜਾਂਦੇ, ਜੋ ਰਿਲੇਸ਼ਨ ਬਿਲਡਅਪ ਹੋਣ ਲੱਗ ਜਾਂਦੇ ਨੇ, ਤੇ ਫਿਰ ਤੁਹਾਡਾ ਦਿਲ ਕਰਦਾ ਮੈਂ ਹੋਰ ਉੱਪਰ ਜਾਵਾਂ। ਪਰ ਜਦੋਂ ਬੇਸ ਤੇ ਆਈਦਾ ਘੁੰਮ ਕੇ ਵਾਪਸ, ਉਹ ਸਾਰਾ ਇਹਦੀ ਬਦੌਲਤ ਆ। ਉਸ ਦੌਰ ਨੇ ਕੀ ਸਿਖਾਇਆ ਤੁਹਾਨੂੰ, ਜਿਹੜਾ ਉਹ ਦੌਰ ਸੀਗਾ ਜਿਸ ਵਕਤ ਤੁਸੀਂ ਇੱਕ ਦਲਦਲ ਦੇ ਵਿੱਚ ਸੀਗੇ, ਤੇ ਉਸ ਦੌਰ ਤੋਂ ਲੈ ਕੇ ਹੁਣ ਇਸ ਦੌਰ ਦੇ ਵਿੱਚ ਜਦੋਂ ਤੁਸੀਂ ਪਹੁੰਚਦੇ ਹੋ, ਇੰਜ ਨਹੀਂ ਹੁੰਦਾ? ਅਕਸਰ ਕਹਿੰਦੇ ਨੇ ਕਿ ਲੋਕ ਕਿ ਆਦਮੀ ਇਨਸਾਨ ਗਲਤੀਆਂ ਕਰਦਾ ਤੇ ਗਲਤੀਆਂ ਉਹਦੇ ਨਾਲ ਚੱਲਦੀਆਂ ਹੈਗੀਆਂ ਨੇ। ਮੇਰੀ ਸੋਚਣੀ ਹੈ ਕਿ ਜਿਹੜਾ ਬੰਦਾ ਜ਼ਿੰਦਗੀ ਦੇ ਵਿੱਚ ਗਲਤੀ ਨਹੀਂ ਕਰਦਾ ਉਹ ਕਦੀ ਅੱਗੇ ਵੱਧ ਹੀ ਨਹੀਂ ਸਕਦਾ। ਗਲਤੀਆਂ ਤਜਰਬਾ ਦਿੰਦੀਆਂ ਨੇ। ਜਿਸਨੇ ਗਲਤੀ ਨਹੀਂ ਕੀਤੀ ਯਾਨੀ ਕਿ ਫਿਰ ਉਹ ਹਮੇਸ਼ਾ ਉਹਨੇ ਕੋਈ ਅੱਛਾ ਜਾਂ ਕੋਈ ਐਡਵੈਂਚਰਸ ਕੰਮ ਨਹੀਂ ਕੀਤਾ ਜ਼ਿੰਦਗੀ ਦੇ ਵਿੱਚ, ਕੋਈ ਰਿਸਕ ਨਹੀਂ ਲਿੱਤਾ। ਤੁਸੀਂ ਕੀ ਸੋਚਦੇ ਹੋ? ਬਿਲਕੁਲ ਬਾਈ, ਜ਼ਿੰਦਗੀ ਹਰ ਕੋਈ ਜਿਉਂਦਾ ਆ। ਗੱਡੀਆਂ ਬਹੁਤ ਦੁਨੀਆ ਚਲਾਉਂਦੀ ਰੋਡ ਤੇ, ਬਹੁਤ ਦੁਨੀਆ ਗੱਡੀ ਚਲਾਉਂਦੀ ਰੋਡ ਤੇ, ਪਰ ਸਹੀ ਗਾਈਡਲਾਈਨ 'ਚ ਸਹੀ ਨਿਯਮਾਂ ਨਾਲ ਕੋਈ ਸਮਝਦੇ। ਤੇ ਕਈ ਵਾਰ ਚਲਾਨ ਕੱਟਿਆ ਜਾਂਦਾ ਬੰਦਾ, ਨਹੀਂ ਆਪਾਂ ਅਵੇਅਰ ਹੁੰਦੇ ਸਪੀਡ ਲਿਮਿਟ ਤੋਂ, ਨੈਕਸਟ ਟਾਈਮ ਆਪਾਂ ਉੱਥੇ ਧਿਆਨ ਨਾਲ ਚੱਲਦੇ ਹਾਂ। ਪਰ ਕਈ ਲੋਕ ਕੀ ਆ ਜਿੱਦਾਂ ਬੇਗੌਰ ਅਗਲੀ ਵਾਰ ਫਿਰ ਉਸੇ ਸਪੀਡ ਤੇ। ਤਾਂ ਕਹਿਣ ਦਾ ਅਰਥ ਆ ਮੇਰਾ, ਜ਼ਿੰਦਗੀ 'ਚ ਮੈਂ ਵੀ ਜਿਉਇਆ, ਨੁਕਸਾਨ ਤੁਹਾਡੀ ਵੀ ਗੱਲ, ਗਲਤੀਆਂ ਬਹੁਤ ਕੀਤੀਆਂ, ਪਰ ਮੈਂ ਉਹ ਗਲਤੀ ਨੂੰ ਰਿਵਾਈਜ਼ ਕਰਕੇ ਉਹਨੂੰ ਆਪਦਾ ਇੱਕ ਸਟਰੋਂਗ ਪੁਆਇੰਟ ਬਣਾਇਆ ਵੀ ਦੁਬਾਰਾ ਮੈਂ ਗਲਤੀ ਨਾ ਦੁਹਰਾਵਾਂ। ਤਾਂ ਮੇਰਾ ਇੱਕ ਵਾਰ ਚਲਾਨ ਕੱਟਿਆ ਗਿਆ, ਹੁਣ ਮੈਂ ਅਵੇਅਰ ਹੋ ਕੇ ਜ਼ਿੰਦਗੀ ਜਿਉਣੀ ਆ। ਤਾਂ ਉਹ ਘਾਟਿਆਂ ਤੋਂ ਮੈਂ ਸਿੱਖਿਆ ਕੁਛ ਨਾ ਕੁਛ, ਤਾਂ ਉਹੀ ਘਾਟੇ ਮੇਰੇ ਇੱਕ ਪਾਵਰ ਬਣਿਆ। ਸਾਡੇ ਤੇ ਵੀ ਮਿੱਤਰਾ ਕਦੇ ਜਵਾਨੀ ਆਈ ਸੀ। ਜਵਾਨੀ ਉਹ ਵਕਤ ਜਦੋਂ ਦਿਲ ਤੇ ਦਿਮਾਗ ਦੇ ਉੱਤੇ ਬਸ ਬੇਫਿਕਰੀ ਦਾ ਜ਼ੋਰ ਚੱਲਦਾ ਹੈ। ਜਵਾਨੀ ਜਦੋਂ ਕਿਸੇ ਦੀ ਅੱਖ ਦੀ ਘੂਰ ਬਰਦਾਸ਼ਤ ਤੋਂ ਬਾਹਰ ਹੁੰਦੀ ਹੈ ਤੇ ਖੁੰਦਕ ਤੇ ਗੁੱਸਾ ਸਿਰ ਤੇ ਇਸ ਕਦਰ ਸਵਾਰ ਹੁੰਦਾ ਕਿ ਬਸ ਅੱਜ ਤੂੰ ਨਹੀਂ ਜਾਂ ਮੈਂ ਨਹੀਂ। ਮਨਪ੍ਰੀਤ ਦੀ ਜ਼ਿੰਦਗੀ ਦੇ ਵਿੱਚ ਵੀ ਦੌਰ ਆਇਆ ਜਦੋਂ ਕਹਿੰਦੇ ਕੋਹਾਂ ਦੇ ਬਦਮਾਸ਼ਾਂ ਦੇ ਨਾਲ ਮਨਪ੍ਰੀਤ ਦੇ ਯਾਰਾਨੇ ਸੀ। ਮਨਪ੍ਰੀਤ ਦੇ ਨਾਮ ਤੋਂ ਖੌਫ ਖਾ ਕੇ ਵੈਰੀ ਅੱਡੇ ਤੱਕ ਬਦਲ ਲਿਆ ਕਰਦੇ ਸੀ। ਜਿਹੜੇ ਟਰੈਕਟਰਾਂ ਦੇ ਬੈਠੇ ਹੋਏ ਆ, ਉਸ ਟਰੈਕਟਰ ਦੇ ਅੱਗੇ ਲਿਖਿਆ ਹੋਇਆ ਮੂਰੇ ਵੱਡੇ ਅਕਸ਼ਰਾਂ 'ਚ ਲਿਖਿਆ, ਸਾਡੇ ਤੇ ਵੀ ਮਿੱਤਰਾ ਕਦੀ ਜਵਾਨੀ ਆਈ ਸੀ। ਸਹੀ ਹੈ ਬਾਈ, ਸਹੀ ਆਈ ਸੀ ਬਾਈ, ਬਹੁਤ ਚੰਗੀ ਵੀ ਸੀ ਮਾੜੀ ਵੀ ਸੀ। ਹੈ ਤਾਂ ਮੈਂ ਹੁਣ ਵੀ ਜਵਾਨ ਹੀ ਆ, ਮੁੰਡੇ ਤਾਂ ਨਹੀਂ ਰਹੇ, ਪਰ ਨਹੀਂ ਹੁਣ ਮੇਰੇ ਬਾਈ ਬੇਟੀ 11th ਕਲਾਸ 'ਚ ਹੋ ਗਈ, ਠੀਕ ਆ। ਏਜ ਤਾਂ ਮੇਰੀ ਬਹੁਤ ਘੱਟ, ਮਤਲਬ ਐਵੇਂ ਨਹੀਂ ਕਹਿ ਸਕਦਾ ਘੱਟ ਵੀ ਨਹੀਂ, ਆਪਣੇ ਹਿਸਾਬ ਨਾਲ ਮਤਲਬ ਐਸ ਪਰ ਜਿਵੇਂ ਮੇਰੇ ਹਾਲਾਤ ਨੇ। ਬੇਟੀ 11th 'ਚ, ਬੇਟਾ 5th 'ਚ, ਬੜੇ ਹੋਣਹਾਰ ਬੱਚੇ ਨੇ, ਤੇ ਵਾਈਫ ਮੇਰੇ ਟੀਚਰ ਹੈ ਸਕੂਲ 'ਚ। ਤੇ ਮਤਲਬ ਮੇਰੀ ਮੈਰਿਜ ਖੁਦ ਬਹੁਤ ਛੋਟੀ ਏਜ 'ਚ ਹੋ ਗਈ ਸੀ ਬਾਈ। ਜਦੋਂ ਮੈਂ 12th ਦੇ ਪੇਪਰ ਦੇਣ ਜਾਂਦਾ ਸੀ, ਬੇਟੀ ਮੇਰੇ ਕੋਲ ਹੁੰਦੀ ਸੀ, ਜਦੋਂ ਬੇਟੀ ਸੀ ਨਾਲ। ਤਾਂ ਹੋਇਆ ਕੀ ਹੈ ਬਾਈ, ਉਹ ਜਵਾਨੀ ਕੇ ਉਹ ਦਿਨ ਸੀ ਕਾਲਜ ਦੇ। ਉਹਨਾਂ ਕਾਲਜ ਟਾਈਮ ਮੈਂ ਨਸ਼ਾ ਵੀ ਗੱਡਵਾ ਕੀਤਾ, ਬਦਮਾਸ਼ੀ ਵੀ ਗੱਡਵੀਂ ਕਰਾਈ ਰੱਬ ਨੇ,
ਤਾਂ ਪੋਲਿਟਿਕਸ ਵੀ ਚੰਗੀ ਸੀ ਵੀ ਸ਼ਹਿਰ ਦੇ ਮਤਲਬ ਜਿੰਨੇ ਤਗੜੇ ਸਾਡੇ ਲੀਡਰ ਸੀ ਮੈਨੂੰ ਬਾਈ ਨੇਮ ਜਾਣਦੇ ਸੀ। ਤਾਂ ਕੀ ਸੀ ਕਿਉਂਕਿ ਮੈਂ ਕਦੀ ਬਾਈ ਕਿਸੇ ਦਾ ਸਵਾਰਥ ਨਹੀਂ ਰੱਖਿਆ ਲਾਈਫ 'ਚ। ਸਵਾਰਥ ਤਾਂ ਨਹੀਂ ਰੱਖਿਆ ਵੀ ਮੈਨੂੰ ਆਪਦੇ ਆਪ ਤੇ ਭਰੋਸਾ ਸੀ ਵੀ ਚੀਜ਼ ਚਾਹੀਦੀ ਤਾਂ ਮੈਂ ਪ੍ਰਾਪਤ ਕਰਾਂਗਾ ਚਾਹੇ ਸਿੱਧਾ ਹੀ ਕਰਾਂ ਚਾਹੇ ਪੁੱਠੇ ਕਰਾਂ। ਤਾਂ ਉਹ ਟਾਈਮ ਕੀ ਸੀ, ਬਹੁਤ ਚੰਗਾ ਟਾਈਮ ਸੀ ਉਸ ਟਾਈਮ। ਮਤਲਬ ਤਾਂ ਮੈਨੂੰ ਚੰਗਾ ਕਹਿ ਰਿਹਾ, ਸਮਾਂ ਮਾੜਾ ਸੀ ਪਰ ਉਹ ਸਮੇਂ ਨੇ ਮੈਨੂੰ ਸਿਖਾਤਾ ਹੁਣ ਮੇਰੇ ਲਈ ਉਹ ਬਹੁਤ ਚੰਗਾ ਹੋ ਗਿਆ ਵੀ ਚੰਗਾ ਹੋਇਆ ਮੇਰੇ ਨਾਲ ਮਾੜੇ ਘਟਨਾ ਹੋਈਆਂ ਤਾਂ ਅੱਜ ਮੈਂ ਬੈਠਾ। ਜੋ ਸਮਾਂ ਨਾ ਉਸ ਟਾਈਮ ਐਵੇਂ ਦਾ ਹੁੰਦਾ ਸ਼ਾਇਦ ਮੈਂ ਨਾ ਹੁੰਦਾ। ਉਸ ਟਾਈਮ ਨੂੰ ਤਾਂ ਕਹਿ ਦਾਂਗੇ ਗੰਦਾ ਸੀ ਯਾਰ, ਨਸ਼ੇ ਸੀ, ਜੇਲਾਂ ਸੀ, ਕੁੱਟ ਕਟਾਪਾ ਸੀ ਜਾਂ ਮਾੜਾ ਸੀ, ਪਰ ਨਹੀਂ। ਉਹ ਜਦੋਂ ਦਾ ਮੈਂ ਰਿਵਿਜ਼ਨ ਕੀਤਾ ਜਾਂ ਮੈਂ ਉਹਨੂੰ ਰਿਫਲੈਕਟ ਕੀਤਾ ਆਪਣੀ ਲਾਈਫ 'ਚ ਕੀ ਚੰਗਾ ਕੀ ਮਾੜਾ ਕੰਕਲੂਜਨ ਕੱਢੀਆਂ ਤਾਂ ਮੈਨੂੰ ਐਂਡ ਆਫ ਦਾ ਡੇ ਹੁਣ ਚੰਗਾ ਲੱਗਦਾ। ਜਦ ਤੱਕ ਮੈਂ ਦਲਦਲ 'ਚ ਵੜੂੰਗਾ ਨਹੀਂ ਉਹਦੀ ਕਿਵੇਂ ਡੈਂਸਿਟੀ ਨਾਪੂੰ, ਦਲਦਲ ਦੀ ਉਹਦੀ ਡੈਪਥ ਕਿਵੇਂ ਨਾਪੂੰ। ਬਸ ਸ਼ਰਤ ਇਹ ਆ ਵੀ ਮੈਂ ਆਪਦੇ ਹੱਥ ਬਾਹਰ ਰੱਖੇ ਸੀ ਵੀ ਤਾਂ ਮੈਂ ਨਿਕਲ ਆਇਆ। ਅਗਰ ਮੈਂ ਹੱਥ ਵਿੱਚ ਵਾੜ ਦਿੰਦਾ ਸ਼ਾਇਦ ਮੈਂ ਵੀ ਤੁਹਾਡੇ ਨਾਲ ਨਾ ਹੁੰਦਾ। ਤਾਂ ਮੈਂ ਆਪਦੀ ਸੋਚ ਨੂੰ ਸਥਿਰ ਰੱਖਿਆ ਸੀ ਮੈਨੂੰ ਦਿਖ ਜਾਂਦਾ ਸੀ ਕਿ ਗਲਤ ਜ਼ਿਆਦਾ ਗਲਤ ਹੋ ਰਿਹਾ ਵੀ ਤੂੰ ਇੱਥੋਂ ਵਾਪਸ ਆ। ਠੀਕ ਆ ਮੈਂ ਨਸ਼ਾ ਕਰਦਾ ਸੀ, ਟੌਪ ਤੇ ਕਰਦਾ ਸੀ, ਪਰ ਇੱਕ ਗੱਲ ਤਾਂ ਇਹ ਨਿਉ ਕੇ ਰਹਿਣਾ ਸੰਸਕਾਰ ਮੈਨੂੰ ਨਾਟਕ ਸਰ ਦੇ ਸੀ ਬਈ। ਮੈਂ ਬੇਹੰਗਮ ਸੀਗਾ 93 ਚਲਾ ਗਿਆ, ਸੰਤਾਂ ਨਾਲ ਚਲਾ ਗਈ, 3rd ਕਲਾਸ ਹੁੰਦਾ ਸੀ। ਤਾਂ ਮੈਂ ਅਸਲ 'ਚ ਮੈਂ ਉੱਥੇ ਹੀ ਰਹਿਣਾ ਚਾਹੁੰਦਾ ਸੀ, ਮੈਂ ਬਈ ਕਰਨਾ ਨਹੀਂ ਚਾਹੁੰਦਾ ਸੀ। ਤਾਂ ਜਿਹੜੀ ਸਾਡੀ ਇਹ ਜ਼ਮੀਨ ਵੀ ਮੇਰੇ ਫਾਦਰ ਸਾਹਿਬ ਨੇ ਸਾਰੀ ਉੱਥੇ ਗੁਰੂ ਘਰ ਦੇਤੀ ਸੀ, ਪਰ ਉਹ ਸੰਤਾਂ ਨੇ ਸਾਡੇ ਸੰਤ ਬਾਬਾ ਰਾਮ ਸਿੰਘ ਜੀ ਨਾਨਕਸਰ ਸਿੰਘਲਾ ਦੇ ਉਹਨਾਂ ਨੇ ਨਹੀਂ ਲਈ। ਕਹਿੰਦੇ ਸਾਡਾ ਬੇਟਾ ਆ ਪਰ ਅਸੀਂ ਇਹ ਚੀਜ਼ ਨਹੀਂ। ਉਸਤਾਦ ਹੋਣਾ ਕਿੰਨਾ ਜ਼ਰੂਰੀ ਹੈ ਬਾਈ? ਉਸਤਾਦ ਤੁਸੀਂ ਕਿਵੇਂ, ਮੈਂ ਕਈ ਲੋਕ ਉਸਤਾਦ ਕਹਿੰਦੇ ਬੰਦੇ ਨੂੰ, ਮੇਰੇ ਲਈ ਤਾਂ ਜੇ ਕੋਈ ਚਿੜੀ ਕੁਛ ਗੁਣ ਦੇਗੀ ਨਾ, ਹੁਣ ਮੈਂ ਮੰਨ ਲਓ ਘੋੜੀ ਆ ਘੋੜੀ ਦਾ ਜੇ ਮੈਂ ਵੇਖਣਾ ਯਾਰ ਬੱਚੇ ਨੂੰ ਬਿਨਾਂ ਦੱਸੇ ਕੋਈ ਐਜੂਕੇਸ਼ਨ ਨਹੀਂ ਕੁਛ ਨਹੀਂ ਆ, ਦੁੱਧ ਪਿਆਰੀ ਆ, ਵਾਕਈ ਉਸਤਾਦ ਆ। ਕਬੂਤਰਾਂ ਨੂੰ ਵੇਖਣਾ ਆ, ਕਬੂਤਰ ਇੱਕ ਜੋੜਾ, ਪਹਿਲਾਂ ਤਾਂ ਜੋੜਾ ਬੜਾ ਔਖਾ ਬਣਦਾ, ਜੋੜਾ ਬਣ ਗਿਆ ਫਿਰ ਦੇਖਦਾ ਉਹ ਮਾਂ ਪਹਿਲਾਂ ਲੈ ਕੇ ਆਉਂਦੀ, ਪਹਿਲਾਂ ਬੱਚੇ ਦੇ ਉੱਪਰ ਬਹਿ ਜੂਗੀ, ਪਿਓ ਬੈਠਾ ਰੂ, ਫਿਰ ਬੱਚਾ ਪਿਓ ਉੱਠਦਾ ਉਹ ਲੈ ਕੇ ਆਉਂਦਾ, ਜੇ ਬੱਚਾ ਹੋ ਜਾਂਦਾ ਉਹਨੂੰ ਸਿਖਾਉਂਦੇ ਤੇ ਬੱਚਾ ਫਿਰ ਉਡਾਰੀ ਮਾਰ ਦਿੰਦਾ। ਠੀਕ ਹੈ, ਹਰ ਚੀਜ਼ ਸਿਖਾਉਂਦੀ। ਹੁਣ ਇਹ ਤਾਂ ਘੁੱਗੂ ਆਸ਼ ਕਹਿ ਦਿੰਦੇ ਆਪਾਂ ਹੈ ਨਾ। ਤਾਂ ਹੁਣ ਕੀ ਆ, ਘੁੱਗੀ ਕਬੂਤਰ ਨਾਲ ਇਸ ਕਬੂਤਰ ਫੈਮਿਲੀ 'ਚ ਲੱਗਦੀ ਆ। ਕਬੂਤਰ ਐਡਾ ਭੋਲਾ ਜਾਨਵਰ ਆ ਵੀ ਉਹਦੇ ਨਾਲ ਵੇਖ ਕੇ ਅੱਖ ਟੱਕਾ ਕਰ ਲੈਂਦਾ, ਘੁੱਗੀ ਉੱਡ ਜਾਂਦੀ ਆ, ਉਹ ਮੁੜ ਕੇ ਜੋੜਾ ਹੀ ਨਹੀਂ ਬਣਾਉਂਦਾ। ਤਾਂ ਉਹ ਘੁੱਗੂ ਵਾਂਗੂ ਤੇ ਤਾਂ ਉਹਨੂੰ ਘੁੱਗੂ ਕਹਿੰਦੇ ਆ ਕਿ ਉਹ ਵਿਚਾਰਾ ਉਡੀਕਦਾ ਰਹਿੰਦਾ, ਉਹ ਆਉਂਦੀ ਨਹੀਂ। ਤਾਂ ਉਹ ਭੋਲਾ ਜਾਨਵਰ ਆ, ਤਾਂ ਉਹ ਵੀ ਸਿਖਾਉਂਦਾ ਕੁਛ। ਤਾਂ ਜ਼ਿੰਦਗੀ 'ਚ ਕੁਛ ਜੋ ਵੀ ਕੁਛ ਸਿਖਾ ਦੇ ਉਹ ਤੁਹਾਡਾ ਉਸਤਾਦ ਆ। ਬਸ ਸਮਝਣਾ ਚਾਹੀਦਾ ਵੀ ਤੁਸੀਂ ਸਿੱਖੇ ਦੋ ਕਿ ਨਹੀਂ। ਇਨਸਾਨ ਦਾ ਕਹਿ ਦੂਗਾ ਨਾ ਮੈਨੂੰ ਪਤਾ, ਉਹਨੂੰ ਨਹੀਂ ਪਤਾ। ਜ਼ਿਕਰ ਕੀਤਾ ਕਿ ਤੁਹਾਡਾ ਇੱਕ ਛੋਟਾ ਬੇਟਾ ਹੈ, ਜ਼ਿੰਦਗੀ ਦੇ ਵਿੱਚ ਜੇ ਉਹਦੇ ਇਸ ਤਰ੍ਹਾਂ ਦੇ ਮੁਕਾਮ ਆਣ ਜਿੱਥੇ ਭਟਕ ਜਾਵੇ, ਭਟਕਣ ਇਹੋ ਜਿਹੀ ਚੀਜ਼ ਹੈ ਹਰੇਕ ਦੇ ਕੋਲ ਆਉਂਦੀ ਹੈ। ਬੀਇੰਗ ਅ ਫਾਦਰ ਰਸਤਾ ਦਿਖਾਓਗੇ ਜਾਂ ਕਹਿ ਦੋਗੇ ਜਾ ਯਾਰ ਪੁੱਤਰਾ ਆਪਣੇ ਤਜਰਬੇ ਆਪ ਲੈ, ਆਪੇ ਸਿੱਖੇਗਾ? ਦੇਖੋ ਬਾਈ ਦੇਖੋ, ਜੋ ਇੱਕ ਬੱਚੇ ਦੀ ਕੀ ਆ, ਜੇ ਉਹਨੂੰ ਸਮਝਾਉਣਾ, ਪਿਓ ਦਾ ਫਰਜ਼ ਉਹਨੂੰ ਸਮਝਾਉਣਾ। ਪਹਿਲੀ ਗੱਲ ਤਾਂ ਇਹ, ਮੈਂ ਬੇਟੀ ਦਾ ਵੀ ਹੈ ਨਾ, ਤਾਂ ਮੇਰਾ ਫਰਜ਼ ਹੈ ਪਹਿਲਾਂ ਤੁਹਾਨੂੰ ਸਮਾਂ ਦਿੰਦੇ ਆ, ਦੂਜੀ ਗੱਲ ਨੂੰ ਸਮਝਾਉਣਾ, ਤੀਜੀ ਗੱਲ ਤੁਹਾਡੀ ਬੌਂਡਿੰਗ ਐਸੀ ਹੋਵੇ ਵੀ ਉਹ ਤੁਹਾਨੂੰ ਅੱਖ ਨਾਲ ਹੀ ਸਮਝਦਾ ਹੋਵੇ, ਉਹਨੂੰ ਸਮਝਣ ਨੂੰ ਹੱਥ ਦਾ ਮਤ ਮਾਰਨਾ ਨਾ ਪਏ, ਤੁਹਾਡੇ ਅੱਖ ਨਾਲ ਸਮਝੇ ਸਹੀ ਗਲਤ ਕੀ ਆ। ਜਦੋਂ ਤੁਸੀਂ 10 ਵਾਰ ਬੱਚਾ ਪਹਿਲਾਂ ਨਹੀਂ ਮੈਨੂੰ 10 ਵਾਰ ਉਹਨੂੰ ਸਹੀ ਲੱਗ ਗਿਆ ਤੇ ਪ੍ਰੈਕਟੀਕਲ ਸਹੀ ਹੈ, ਉਹ ਨਾ ਕਰ ਦੋ, ਨਹੀਂ ਹੋ ਸਕਦਾ, ਨਹੀਂ 10 ਵਾਰ ਸਹੀ ਕਰਤਾ, 11ਵੀਂ ਵਾਰ ਉਹਨੂੰ ਤੁਸੀਂ ਯੋਗ ਹੋ ਕੇ ਮੰਨੂਗਾ। ਚਲੋ ਫਿਰ ਜਿਹੜੀ ਤੁਹਾਡੀ ਗੱਲ ਆ ਜਾਂਦੀ ਵੀ ਜੇ ਉਹ ਭਟਕ ਜੇ, ਦੇਖੋ ਕੋਈ ਵੀ ਚੀਜ਼ ਟਰੈਕ ਤੋਂ ਉਦੋਂ ਬਾਹਰ ਹੁੰਦੀ ਹੈ, ਕੋਈ ਵੀ ਨੈਟਵਰਕ ਮੋਬਾਈਲ ਦਾ ਉਦੋਂ ਛੱਡਦਾ ਜਦੋਂ ਵਾਈਫਾਈ ਤੋਂ ਰੇਂਜ ਤੋਂ ਬਾਹਰ ਹੋ ਜੇ। ਤੇ ਜੇ ਮੇਰੀ ਉਹ ਵਾਈਫਾਈ ਰੇਂਜ 'ਚ ਰਹਿਣਗੇ, ਸਵੇਰੇ ਆ ਜਾ ਰਿਹਾ ਚਾਹੇ ਮੈਂ ਬਾਹਰ ਰਿਹਾ, ਸ਼ਾਮੀ ਆ ਕੇ ਉਹਨਾਂ ਟਾਈਮ ਸਪੈਂਡ ਕਰ ਰਿਹਾ, ਸਾਰੇ ਦਿਨ ਦੀ ਪ੍ਰਕਿਰਿਆ ਪੁੱਛੀ, ਤਾਂ ਇਹ ਚੀਜ਼ ਸ਼ੁਰੂ ਤੋਂ ਹੋਣੀ ਚਾਹੀਦੀ। ਇਹ ਨਹੀਂ ਵੀ ਜਦੋਂ 10ਵੀਂ ਕਾਲਜ ਚੱਲ ਜੇ ਮੈਂ ਉਹਨੂੰ ਪੁੱਛਣ ਲੱਗ ਜਾ ਫਿਰ ਗੁੱਸਾ ਕਰੂਗਾ ਕਿਉਂ ਸਵਾਲ ਜਵਾਬ ਕਰਦੇ ਹੋ। ਪਰ ਇਹ ਮੇਰੀ ਹੁਣ ਤੋਂ ਹੀ ਆ ਗਿਆ ਕਿ ਮੇਰਾ ਦਿਨ ਕੀ ਕੀਤਾ, ਸਾਰਾ ਦਿਨ ਕੀ ਕਰ ਰਿਹਾ ਸੀ, ਕਿਵੇਂ ਪਾਇਆ, ਕੀ ਕਿੱਟਿਆ, ਕੀ ਦਿੱਕਤ ਤਾਂ ਨਹੀਂ, ਪਰੇਸ਼ਾਨ ਤਾਂ ਨਹੀਂ, ਦੇਖ ਲਿਆ। ਤਾਂ ਕੀ ਹੈ ਜਦੋਂ ਉਹਨੂੰ ਨੋਰਮਲ ਕੀ ਹੈ, ਜਦੋਂ ਉਹਨੂੰ ਰੋਜ਼ ਪੁੱਛਦਾ ਉਹਨੂੰ ਪਤਾ, ਤਾਂ ਜਿਸ ਦਿਨ ਉਹਨੂੰ ਕੋਈ ਗਲਤ ਸੰਗਤ ਟੱਕਰਨ ਲੱਗੂਗੀ ਇੱਕ ਸੈਕਿੰਡ ਸੈਂਸ ਹੋ ਜਾਊਗਾ। ਬਈ ਹੁਣ ਬਾਈ ਮੈਂ ਡੀ ਐਡਿਕਸ਼ਨ ਸੈਂਟਰ ਚਲਾਉਣਾ, ਠੀਕ ਹੈ, 12 ਸਾਲ ਹੋ ਗਏ ਗਵਰਨਮੈਂਟ ਲਾਇਸੈਂਸ। ਤਾਂ ਅਸੀਂ ਇਹਨਾਂ ਨੂੰ ਸਾਨੂੰ ਪਤਾ ਲੱਗ ਜਾਂਦਾ ਨਾ, ਸਿੱਖਿਆ ਵੀ ਕੀ ਨੁਕਸਾਨ ਨੇ, ਮੈਂ ਆਪਦੀ ਲਾਈਫ ਤੋਂ ਸਿੱਖਿਆ ਕਿਉਂ ਭਟਕਦਾ ਬੰਦਾ, ਕਿਉਂ ਭਟਕਦਾ। ਜਦੋਂ ਉਹਨੂੰ ਪ੍ਰੋਪਰ ਗਾਈਡੈਂਸ ਨਹੀਂ ਮਿਲਦੀ, ਜਦੋਂ ਘਰੋਂ ਪਿਆਰ ਨਹੀਂ ਮਿਲੂਗਾ ਬਾਹਰ ਭੱਜੂਗਾ, ਸਭ ਤੋਂ ਪਹਿਲਾਂ ਵੱਡਾ ਗਾਈਡ। ਸੁਣੋ ਦੂਜੀ ਗੱਲ, ਲੋਕ ਕਹਿੰਦੇ ਨਹੀਂ ਵਿਗਾੜਦਾ ਪਿਆਰ, ਅਰੇ ਇੱਕ ਪੈਸਾ ਦੇਣਾ ਹੋਰ ਚੀਜ਼ ਹੈ, ਇੱਕ ਸਮਾਂ ਦੇਣਾ ਹੋਰ ਚੀਜ਼ ਹੈ। ਪੈਸਾ ਪਿਆਰ ਨਹੀਂ ਹੁੰਦਾ ਵੀ ਮੈਂ ਇਹਨੂੰ ਜੋ ਮੰਗਿਆ ਦੇ, ਸਮੇਂ ਦੀ ਅਹਿਮੀਅਤ ਹੈ, ਸਮੇਂ ਦੀ ਅਹਿਮੀਅਤ। ਤੁਸੀਂ ਉਹਦੀ ਭਾਵਨਾ ਕਿ ਨਹੀਂ ਸਮਝ ਰਹੇ ਹੋ, ਤਾਂ ਸਮਝਾਉਣ ਦਾ ਤਰੀਕਾ ਕਿੰਨਾ ਤੋਂ ਕਿਵੇਂ ਦਾ ਤੁਹਾਡਾ। ਦੇਖੋ ਪੰਜਾਬ ਬੋਰਡ 'ਚ ਵੀ ਟੀਚਰ ਨੇ, ਟੀਚਰ ICSE 'ਚ ਵੀ ਨੇ, ਵੈਲਿਊ ਕੀ ਹੁੰਦੀ ਆ, ਉਹ B.Ed ਦੇ, ਉਹ M.Ped ਦੇ, ਹੈ ਨਾ। ਉੱਪਰ ਗੱਲ ਸਮਝਦੇ ਹੋ, ਕਹਿੰਦਾ ਮਤਲਬ ਮਾਂ ਪਿਓ ਨੇ ਸਮਝਾਉਣਾ ਆ, ਪਰ ਤਰੀਕਾ ਕੀ ਆ ਉਹਦਾ। ਜਦੋਂ ਤੁਸੀਂ ਆਪਦੇ ਬੱਚੇ ਨੂੰ ਨਹੀਂ ਸਮਝ ਸਕਦੇ, ਤੁਸੀਂ ਦੁਨੀਆਦਾਰੀ ਕੀ ਸਮਝੋਗੇ ਬਈ, ਤੁਸੀਂ ਕਿਵੇਂ ਕਹਿ ਦੋਗੇ ਮੈਂ ਦੁਨੀਆ ਪੜ੍ਹ ਲੈਣਾ। ਨੋ, ਜਦੋਂ ਤੁਸੀਂ ਫਿਰ ਇਹ ਸਿੱਖੋ, ਗੱਲ ਇਹ ਨਹੀਂ ਹੁੰਦੀ ਆ। ਇੱਕ ਕੀ ਹੁੰਦਾ ਸਮੇਂ ਨਾਲ, ਕੀ ਹੁੰਦਾ ਜਿਵੇਂ ਜਿਵੇਂ ਮੈਂ ਵੱਡਾ ਹੋਈ ਜਾਊਂਗਾ, ਠੀਕ ਆ, ਮੇਰੀ ਸੋਚ ਬਦਲੀ ਜਾਊ, ਉਹਨੇ ਵੱਡਾ ਹੋਣਾ, ਕੱਲ ਨੂੰ ਮੈਂ 40-50 ਸਾਲ ਦਾ ਕਹਿਣਾ ਪੁੱਤ ਤੂੰ ਆ ਨਹੀਂ ਕਰਨਾ। ਨੋ, ਜੋ ਉਹਦੀ ਜਨਰੇਸ਼ਨ ਆਪਾਂ ਨੂੰ ਸਮਝਣਾ ਪੈਣਾ, ਵੱਡੇ ਨੂੰ ਝੁਕਣਾ ਪੈਂਦਾ ਇਸ ਜਗ੍ਹਾ ਤੇ, ਕਿਉਂਕਿ ਉਹਨਾਂ ਦਾ ਟਾਈਮ ਆ। ਹੁਣ ਮਾਈਟ ਵੀ ਉਹਨਾਂ ਦੇ ਟਾਈਮ ਨੂੰ ਕੀ ਹਾਈ ਟੈਕਨੋਲੋਜੀ ਹੋ ਜੂ, ਕੀ ਹੋ, ਮੈਂ ਥੋੜਾ ਕਹੂੰਗਾ ਨਹੀਂ ਤੂੰ DT 14 ਇੰਚ ਲਾ,
ਕੀ ਪਤਾ ਉਹ ਤੋਂ ਵੱਡੇ ਜੌਨ ਡੀਅਰ ਦੇ ਵੱਡੇ ਟਾਇਰ ਵਾਲੇ ਵੱਡੀ ਇਕਵਿਪਮੈਂਟ ਆ ਜਾਏ, ਇਲੈਕਟ੍ਰੋਨਿਕ ਆ ਜਾਣ, ਬਟਨ ਵਾਲੇ ਆ ਜਾਣ, ਤੁਹਾਨੂੰ ਮੈਂ ਕਹਾਂ ਨਹੀਂ ਤੂੰ ਇਹੀ ਚਲਾ, ਉਹ ਤਾਂ ਆਬਵੀਅਸਲੀ ਲੜੂਗਾ। ਤੁਹਾਡੀ ਛਾਤੀ ਤੇ ਸ਼ੇਖ ਹੋਰਾ ਦਾ ਹੈਗਾ ਟੈਟੂ, ਮੈਂ ਜ਼ਿਕਰ ਕੀਤਾ ਸੀਗਾ, ਉਹ ਵੀ ਕ੍ਰਾਂਤੀਕਾਰੀ ਸੀ। ਸ਼ਹੀਦ ਆਜ਼ਮ ਭਗਤ ਸਿੰਘ ਵੀ ਕ੍ਰਾਂਤੀਕਾਰੀ। ਬਿਲਕੁਲ ਬਿਲਕੁਲ। ਚੁਣਨਾ ਚਾਹੋ ਤਾਂ ਕਿਹਨੂੰ ਚੁਣੋਗੇ? ਦੇਖੋ ਮੇਰਾ ਇਸ ਬੜਾ ਸਿਆਣਾ ਕੁਐਸਚਨ ਆ, ਬਹੁਤ ਵਧੀਆ। ਤੁਹਾਨੂੰ ਪਤਾ ਹੈ ਭਗਤ ਸਿੰਘ ਖੁਦ ਸ਼ੇਖ ਵਗੈਰਾ ਨੂੰ ਕਿੰਨਾ ਮੰਨਦੇ ਸੀ? ਬਹੁਤ ਜ਼ਿਆਦਾ। ਲੈਨਿਨ ਨੂੰ, ਸ਼ੇਖ ਵਗੈਰਾ ਬਹੁਤ ਮੰਨਦੇ ਸੀ, ਬਹੁਤ ਅੱਛੇ ਉਹਨਾਂ ਦੇ ਰੋਲ ਮਾਡਲ ਸੀ। ਤੇ ਮੇਰਾ ਬਹੁਤ ਵੱਡੇ ਰੋਲ ਮਾਡਲ ਭਗਤ ਸਿੰਘ ਨੇ, ਤਾਂ ਮੈਂ ਸਿੱਧਾ ਉਹਨਾਂ ਨੂੰ ਕਿਉਂ ਨਾ ਮੰਨਾਂ? ਗਲਤ ਨਾ ਲਿਓ, ਮੈਂ ਭਗਤ ਸਿੰਘ ਤੋਂ ਬਹੁਤ ਜ਼ਿਆਦਾ, ਕਿਉਂਕਿ ਉਹਨਾਂ ਦੀ ਬਦੌਲਤ ਅਸੀਂ ਇੱਥੇ ਬੈਠੇ ਹਾਂ। ਪਰ ਤਾਂ ਮੈਂ ਵਾਇਆ ਪੌੜੀਆਂ ਦਾ ਵਾਇਆ ਸਿੱਧਾ ਹੀ ਲਿਫਟ ਨਾ। ਠੀਕ ਆ। ਸੰਤ ਬਹੁਤ ਮੰਨਦੇ ਸੀਗੇ ਇਹਨਾਂ ਨੂੰ, ਪਿੰਡ ਵਾਲੇ ਬਹੁਤ, ਸੰਤਾਂ ਨੂੰ ਵੀ ਬਹੁਤ ਸੀਗਾ, ਅੱਛੇ ਲੱਗਦੇ। ਕਿਉਂਕਿ ਵੇਖੋ ਸੋਚ ਦੀ ਗੱਲ ਆ, ਸੋਚ ਭਗਤ ਸਿੰਘ ਦੀ ਵੀ ਉਹੀ ਆ, ਸੋਚ ਉਹਨਾਂ ਦੀ ਵੀ ਉਹੀ ਆ। ਠੀਕ ਹੈ, ਸੋਚ ਭਗਤ ਸਿੰਘ ਦੀ ਵੀ ਉਹੀ ਆ, ਸੋਚ ਉਹਨਾਂ ਦੀ ਵੀ ਉਹੀ ਆ। ਪਹਿਲਾਂ ਮੈਂ ਭਗਤ ਸਿੰਘ ਨੂੰ, ਸਾਡੇ ਜੋ ਅਸੀਂ ਗੇਮ ਕਰਦੇ ਸੀ, ਸਾਡੇ ਕੋਚ ਸਾਹਿਬ ਨੇ ਭਗਤ ਸਿੰਘ ਦੀ ਫੋਟੋ ਲਵਾਈ ਹੁੰਦੀ ਸਾਡੇ ਉੱਤੇ ਕਮਰੇ 'ਚ, ਵੀ ਤੁਹਾਡੇ ਕਦੀ ਵੀ ਆਪਦੇ ਆਪ ਨੂੰ ਭੁੱਲਣਾ ਨਹੀਂ ਜਜ਼ਬਾਤ। ਜਿਵੇਂ ਟੈਟੂਆਂ ਦੀ ਗੱਲ ਵੀ, ਜਦੋਂ ਅਸੀਂ ਉਹਨਾਂ ਨੂੰ ਵੇਖਦੇ ਸੀ ਸਾਨੂੰ ਸਟਰੋਂਗ ਹੁੰਦੇ ਸੀ, ਪੜ੍ਹ ਕੇ ਸਟਰੋਂਗ ਹੁੰਦੇ ਸੀ ਵੀ ਹਾਂ ਭਗਤ ਸਿੰਘ ਨੂੰ, ਵੀ ਅਸੀਂ ਕਦੀ ਹਾਰਨਾ ਨਹੀਂ, ਵਿਕਣਾ ਨਹੀਂ, ਝੁਕਣਾ ਨਹੀਂ। ਸਾਡੀ ਕੋਚਿੰਗ ਐਵੇਂ ਦੀ। ਸਰਦਾਰ ਦਲਬੀਰ ਸਿੰਘ ਰੰਧਾਵਾ ਸੀ ਫੁੱਟਬਾਲ ਦੇ ਕੋਚ, ਬੜੇ ਅਣਖੀ ਤੇ ਘੈਂਟ ਬੰਦੇ ਸੀ। ਤਾਂ ਉਹਨਾਂ ਦੀ ਪ੍ਰੇਰਨਾ 'ਚ ਅਸੀਂ ਮਤਲਬ ਗੇਮ ਪਲਿਆ, ਮੈਂ ਗੇਮ ਦੀ ਫੁੱਟਬਾਲ ਖੇਡਿਆ। ਤਾਂ ਕੀ ਹੁਣ ਗੱਲ, ਜਦੋਂ ਮੈਂ ਉਸ ਤੋਂ ਬਾਅਦ ਹੁਣ ਆਪਾਂ ਸਮਾਜ ਵਿਸਰਨ ਲੱਗੇ, ਜਦੋਂ ਮੈਂ ਸ਼ੇਖ ਵਗੈਰਾ ਪੜ੍ਹਨ ਲੱਗ ਗਿਆ, ਠੀਕ ਹੈ, ਮੈਨੂੰ ਅੱਛਾ ਲੱਗਾ। ਸੋਚ ਇੱਕੋ ਹੀ ਹੈ ਬਾਈ, ਬਸ ਅੰਤਰ ਕੀ ਆ ਗਿਆ, ਇੱਕ ਥੋੜਾ ਜਿਹਾ, ਕੋਈ ਅੰਤਰ ਵੀ ਕੁਝ ਨਹੀਂ, ਆਪਾਂ ਇਹਨੂੰ ਗਲਤ ਕਹਿ ਨਹੀਂ ਸਕਦੇ ਕਿਉਂਕਿ ਬੜਾ ਸਿਆਣਾ ਸਵਾਲ ਆ, ਇਹਨੂੰ ਅੰਤਰ ਨਹੀਂ ਕਹਿ ਸਕਦੇ। ਵੀ ਮੈਨੂੰ ਫਿਰ ਉਹ 'ਚ ਥੋੜਾ ਡਾਟਾ ਵੱਧ ਮਿਲਿਆ, ਥੋੜਾ ਉੱਚ ਲੈਵਲ ਉੱਚਾ ਹੋ ਗਿਆ, ਉਹ 'ਚ ਹੋਰ ਐਡੀਸ਼ਨ ਹੋ ਗਏ, ਸਕੂਲਾਂ ਦੇ ਹੋਰ ਪ੍ਰਿੰਸੀਪਲ ਹੋ ਗਏ। ਤਾਂ ਫਿਰ ਆਬਵੀਅਸਲੀ ਗੱਲ ਆ, ਜਦੋਂ ਆਪਾਂ ਅਪਗ੍ਰੇਡ ਹੁੰਦੇ ਆ ਤਾਂ ਉਹ ਬੰਦਾ ਫਿਰ ਉਧਰ ਤੁਰਨਾ ਹੀ ਪੈਂਦਾ। ਠੀਕ ਨਹੀਂ, ਮੋਬਾਈਲ ਤਾਂ 1100 ਬਹੁਤ ਚੰਗਾ ਸੀ ਹਨਾ, ਪਰ ਆਪਾਂ ਕਿਉਂ ਵੱਡੇ ਨੂੰ ਪੈਂਦੇ ਆ, ਕਾਲਿੰਗ ਦਾ ਕੰਮ ਆ, ਪਰ ਨਹੀਂ ਉਹ ਅਪਗ੍ਰੇਡ ਹੋ ਜਾਂਦਾ ਥੋੜਾ ਜਿਹਾ, ਆਪਾਂ ਨੂੰ ਥੋੜਾ ਆ ਜਾਂਦਾ। ਮੈਨੂੰ ਇੱਕ ਚੀਜ਼ ਦੱਸੋ, ਤੁਹਾਨੂੰ ਇੰਝ ਲੱਗਦਾ ਹੈ ਕਿ ਲੈਕ ਆਫ ਨੌਲੇਜ ਹੈਗੀ ਹੈ ਅੱਜ ਦੀ ਜਿਹੜੀ ਯੂਥ ਹੈਗੀ ਹੈ? ਭਗਤ ਸਿੰਘ ਜੀ ਦੀ ਗੱਲ ਛਿੜੀ ਹੈ ਤਾਂ ਮੈਂ ਤਾਂ ਕਰਕੇ ਗੱਲ ਕਰ ਰਿਹਾ। ਹਮੇਸ਼ਾ ਬੰਬ ਤੇ ਬੰਦੂਕਾਂ ਵਾਲਾ ਭਗਤ ਸਿੰਘ ਕਿਉਂ ਜਨਤਾ ਨੂੰ ਪਸੰਦ ਹੈ, ਨੌਜਵਾਨਾਂ ਨੂੰ ਪਸੰਦ ਹੈ? ਹਾਲਾਂਕਿ ਭਗਤ ਸਿੰਘ ਦੀ ਆਪਣੀ ਵਰਡਿੰਗ ਇਹ ਸੀਗੀ ਕਿ ਕ੍ਰਾਂਤੀ ਕਦੀ ਗੋਲੀ ਦੇ ਨਾਲ ਨਹੀਂ ਆਉਂਦੀ, ਕਲਮ ਦੀ ਧਾਰ ਤੇਜ਼ ਕਰਨੀ ਪੈਂਦੀ ਹੈ। ਭਾਜੀ ਇਹ ਨਾ ਇੱਕ ਬੰਦੇ ਦੀ ਵੇਖੋ ਗੱਲ ਕੀ ਹੋ ਗਈ, ਕਿਉਂਕਿ ਲੈਕ ਆਫ ਨੌਲੇਜ ਅੱਜ ਦੀ ਪੀੜ੍ਹੀ ਨੂੰ ਕਿਉਂ, ਕਿਉਂਕਿ ਉਹ ਨਾ ਡਿਸਟਰੈਕਟ ਆ ਟਰੈਕ ਤੋਂ ਬਾਈ। ਜਿਹੜੀ ਗੱਲ ਆਪਾਂ ਅੱਗੇ ਕੀਤੀ ਸੀ, ਉਹਨਾਂ ਨੂੰ ਸਹੀ ਗਾਈਡੈਂਸ ਨਹੀਂ ਮਿਲ ਰਹੀ, ਚਾਹੇ ਘਰ ਆ, ਚਾਹੇ ਸਕੂਲ ਆ, ਚਾਹੇ ਕੋਈ ਸਪੋਰਟਸ ਵਾਲ ਤਾਂ ਅੱਜ ਬਹੁਤ ਘੱਟ ਬੱਚੇ ਜਾਂਦੇ ਪਏ। ਠੀਕ ਆ, ਹੁਣ ਏਮ ਪਤਾ ਕੀ ਰਹਿ ਗਿਆ ਆਪਣੀ ਪੰਜਾਬੀ ਪੀੜ੍ਹੀ ਦਾ? 10ਵੀਂ ਕਰਨੀ ਹੈ, ਆਈਲੈਟਸ ਕਰਨੀ ਹੈ, ਕੈਨੇਡਾ ਚੱਲ ਜਾਣਾ, ਅਮਰੀਕਾ ਜਾ, ਆਸਟ੍ਰੇਲੀਆ ਚੱਲ ਜਾਣਾ। ਉਹ ਇਹ ਨਹੀਂ ਦੇਖ ਰਹੇ ਆਪਣੇ ਦੇਸ਼ ਕੀ ਕਮੀ ਆ ਬਈ, ਕਿਹੜੀ ਚੀਜ਼ ਦੀ ਕਮੀ ਆਪਣੇ ਦੇਸ਼ 'ਚ? ਠੀਕ ਆ, ਜੇ ਤੁਹਾਨੂੰ ਕਮੀ ਲੱਗਦੀ ਹੈ, ਤੁਸੀਂ ਜਨਮ ਕਿਉਂ ਇਸ ਦੇਸ਼ 'ਚ ਲਿਆ, ਇਹਨੂੰ ਉੱਚਾ ਕਰੋ। ਠੀਕ ਆ, ਪਰ ਗੱਲ ਕੀ ਆ ਗਈ, ਜੋ ਅੱਜ ਕੱਲ੍ਹ ਉੱਥੋਂ ਦੇ ਗਾਣੇ, ਮੈਂ ਗਲਤ ਨਾ ਮੇਰੀ ਗੱਲ ਨੂੰ ਕੋਈ ਲਵੇ, ਗਾਣੇ ਦੇਖਦੇ ਨੇ, ਉੱਚ ਦੇਖਦੇ ਗੱਡੀਆਂ, ਉਹ ਬੁਰੂਆ ਤੁਹਾਨੂੰ ਪਤਾ ਵੀ ਅਗਲੇ ਰੈਂਟ 'ਤੇ ਲਿਆ ਕੇ ਗੱਡੀ ਪਾਈ ਹੋਵੇ, ਭਾਵੇਂ ਉੱਥੇ ਅਗਲਾ ਉੱਥੇ ਹੋਟਲ 'ਚ ਕੰਮ ਕਰਦਾ, ਭਾਵੇਂ ਭਾਂਡੇ ਧੋਂਦਾ ਹੋਵੇ, ਪਰ ਉਹਨੇ ਵੀਡੀਓ ਐਸੀ ਬਣਾ ਦੇਣੀ ਆ। ਕਈ ਲੋਕ ਬਾਹਰ ਜਾਂਦੇ ਰਿਸ਼ਤੇਦਾਰ, ਉੱਥੇ ਗੁਆਂਢੀਆਂ ਦੀ ਫੋਟੋ ਖਿਚਾ ਕੇ ਤੇਰੇ ਬਾਈ ਨੇ ਲੈ ਲਈ, ਉੱਥੇ ਕਿਹੜਾ ਤੂੰ ਵੇਖਣ ਚੱਲਾ? ਠੀਕ ਆ, ਮੈਂ ਰਿਹਾ ਉੱਥੇ, ਮੈਂ ਪ੍ਰਮਾਤਮਾ ਤੁਹਾਡਾ ਕਿਰਪਾ ਨਾਲ ਕਾਫੀ ਕੰਟਰੀਜ਼ ਘੁੰਮਿਆ, 9-10 ਕੰਟਰੀ ਘੁੰਮਿਆ, ਤਾਂ ਮੈਂ ਖੁਦ ਰਿਹਾ, ਮੈਂ ਅਹਿਸਾਸ ਕੀਤਾ ਉੱਥੇ ਕੱਖ ਨਹੀਂ ਹੁੰਦਾ। ਬਾਕਸਰ ਡੇ ਤੇ ਲੈਣਗੇ $2-2 ਦੀ ਕਮੀਜ਼ਾਂ, ਕਈ, ਮੈਂ ਸਾਰਿਆਂ ਨੂੰ ਗਲਤ ਲਿਓ ਮੇਰੀ, ਕਿਤੇ ਸ਼ਾਮੀ ਕਮੈਂਟ ਭਰ ਦਿਓ। ਤਾਂ ਉੱਥੇ ਕੀ ਆ, ਉੱਥੇ ਹੁਣ ਕਈ ਵਾਰ ਸੇਲ ਲੱਗਦੀ, ਉਹ ਲੈਂਦੇ ਆ, ਉਹਨਾਂ ਦੇ ਹਾਲਾਤ ਨਹੀਂ ਪਤਾ, ਉਹ ਬਹੁਤ ਮਿਹਨਤ ਕਰਦੇ ਆ ਬਈ, ਜਿਹੜੇ ਉੱਥੇ ਵੀ ਸਹੀ ਨੇ ਨਾ, ਸਹੀ ਬਹੁਤ ਮਿਹਨਤ ਕਰਦੇ ਆ। ਮੈਂ ਖੁਦ ਰਿਹਾ ਉੱਥੇ, ਪੜ੍ਹਿਆ। ਅਸੀਂ ਸਵੇਰੇ ਉੱਠਣਾ, ਸਕੂਲ ਜਾਣਾ, ਸਕੂਲ ਤੋਂ ਕੰਮ ਤੇ ਆਉਣਾ, ਆ ਕੇ ਸੌ ਜਾਣਾ, ਫਿਰ ਸਵੇਰੇ ਉੱਠਣਾ, ਕੰਮ, ਸਕੂਲ, ਬਹੁਤ ਮਿਹਨਤ ਦਾ ਟਾਈਮ ਉੱਥੇ। ਪਰ ਕੁਛ ਲੋਕ ਉੱਥੇ ਐਸੇ ਨੇ ਜਿਹੜੇ ਸ਼ੋਅ ਆਫ ਕੁਆਲਿਟੀ ਦੇ ਨੇ, ਉੱਥੋਂ ਇੰਡੀਆ ਐਸੀਆਂ ਫੋਟੋਆਂ ਭੇਜਣਗੇ ਤੇ ਇੱਥੋਂ ਵਾਲੇ ਪ੍ਰਭਾਵਿਤ ਹੋ ਜਾਂਦੇ, ਬੜਾ ਨਜ਼ਾਰਾ ਉੱਥੇ ਦਾ। ਹੁਣ ਬਾਈ ਜਿਹੜੇ ਇੱਥੇ ਡੌਂਕੀ ਲਾ ਕੇ ਜਾਂਦੇ, ਧੰਨ ਜਿਗਰੇ ਉਹਨਾਂ ਮਾਵਾਂ ਦੇ, ਧੰਨੋਂ ਪੁੱਤਰਾਂ ਦੇ, ਜਿਹੜੇ ਇੰਨੇ ਮਹੀਨੇ ਜੰਗਲਾਂ 'ਚ ਕੱਟਦੇ ਨੇ, ਮੌਤ ਦਾ ਸਾਹਮਣਾ ਕਰਕੇ ਪਹੁੰਚਦੇ ਆ। ਤੇ ਲੋਕ ਕੀ ਨੇ, ਅਗਲਾ ਕਹਿੰਦਾ ਮੈਂ ਚੱਲਣਾ, ਤੇ ਉਸ ਗੱਲ ਤੇ ਕਰਦਾ, ਉਹ ਲੈਕ ਆਫ ਨੌਲੇਜ ਕੀ, ਉਹਨਾਂ ਨੇ ਏਮ ਛੋਟਾ ਕਰ ਲਿਆ, ਤਾਂ ਉਹ ਉਹਨਾਂ ਦੀ ਨੌਲੇਜ ਉਹ ਲੈਣਾ ਹੀ ਨਹੀਂ ਚਾਹੁੰਦੇ ਉੱਤਰ ਜ਼ਿੰਦਗੀ ਬਾਰੇ, ਉਹ ਜਾਣਾ ਹੀ ਨਹੀਂ ਚਾਹੁੰਦੇ, ਉਹਨਾਂ ਦਾ ਮਕਸਦ ਸਿਰਫ ਉੱਥੋਂ ਤੱਕ ਆ। ਹੁਣ ਦੱਸੋ ਵੀ ਆਪਣੇ ਪੰਜਾਬ 'ਚ ਕਿੰਨੇ ਕੁ ਰਹਿ ਗਏ ਪੰਜਾਬ ਦੇ PCS ਅਫਸਰ, IAS ਅਫਸਰ, PPS ਅਫਸਰ? ਹੈ ਹੀ ਨਹੀਂ ਬਈ। ਤਾਂ ਕਾਰਨ ਕੀ ਆ? ਕਿਉਂਕਿ ਉਹਨਾਂ ਦਾ ਏਮ ਕੈਨੇਡਾ ਬਸ। ਉੱਥੇ ਜਾ ਕੇ ਇਨਸਾਨ ਹਰ ਕੰਮ ਕਰਨ, ਮੈਂ ਖੁਦ ਝਾੜੂ ਲਾਇਆ ਉੱਥੇ, ਮੈਂ ਖੁਦ ਭਾਂਡੇ ਧੋਤੇ ਆ, ਮੈਂ ਨਹੀਂ ਮੁੱਕਰਦਾ, ਸਭ ਕੁਛ ਹੈਗਾ। ਤਾਂ ਜਦੋਂ ਮੈਂ ਉਹਦਾ ਕਨਕਲੂਜਨ ਕੱਢਿਆ ਨਾ, ਉੱਥੇ ਆਪਦਾ ਰਿਫਲੈਕਸ਼ਨ ਆਪਣੇ ਆਪ ਨੂੰ ਕੀਤਾ ਹੈ ਨਾ, ਤਾਂ ਕੀ ਵੇਖਿਆ, ਅਗਰ ਮੈਂ ਇੱਥੇ ਇਹ ਚੀਜ਼ ਕਰ ਸਕਦਾ ਤਾਂ ਮੈਂ ਆਪਦੇ ਇੰਡੀਆ ਜਾ ਕੇ ਘੋੜਿਆਂ ਦੀ ਲਿੱਤ ਕਿਉਂ ਨਹੀਂ ਚੱਕ ਸਕਦਾ? ਜਦੋਂ ਉੱਥੇ ਮੈਂ ਕਿਸੇ ਲਈ ਅੰਡਰ ਕੰਮ ਕਰਨਾ ਆ, ਠੀਕ ਆ, ਤੇ ਫਰਕ ਕੀ ਆ ਕਿ ਜੇ ਮੇਰੇ ਕੋਲ ਇੱਥੇ ਪੈਸਾ, ਮੈਂ ਇੱਥੇ ਕਿਹੜੀ ਗੱਡੀ ਨਹੀਂ ਖਰੀਦ ਸਕਦਾ, ਇੱਥੇ ਮੈਂ ਆਜ਼ਾਦ ਹਾਂ, ਸਕੂਨ 'ਚ ਹਾਂ। ਉੱਥੇ ਅਸੀਂ 2 ਦਿਨ ਜੋਬ 'ਤੇ ਨਹੀਂ ਗਏ, ਅਗਲਾ ਕੋਲੀ ਕੱਢ ਦਿੰਦਾ, ਗੋਰਾ ਤੁਹਾਨੂੰ ਟੋਕ ਦਿੰਦਾ, ਜ਼ਮੀਰ ਮਰ ਜਾਂਦੀ ਹੈ, ਬੰਦਾ ਮਰਨ ਹੋ ਜਾਂਦਾ ਜਦੋਂ ਤੁਹਾਨੂੰ ਕੋਈ ਐਂ ਕਹਿ ਦਿੰਦਾ ਨਾ ਵੀ ਹਾਂ ਓਏ ਤੂੰ ਆ ਕੀਤਾ ਨਹੀਂ। ਤੇ ਇੰਡੀਆ ਚੰਗੇ ਪੰਗੇ ਸਾਰੇ ਘਰ ਦੇ ਖਾਂਦੇ ਪੀਂਦੇ ਘਰਾਂ ਦੇ ਨੇ, ਕੋਈ ਕੰਮ ਹੀ ਨਹੀਂ ਕਿਸੇ ਨੂੰ,
ਪਰ ਇੱਥੋਂ ਅਸੀਂ 20-50 ਲੱਖ ਲਾ ਕੇ ਉੱਧਰ ਜਾਣਾ ਆ, ਉਹੀ ਪੈਸੇ ਨਾਲ ਅਸੀਂ ਇੱਥੇ ਬਿਜ਼ਨਸ ਨਹੀਂ ਕਰ ਸਕਦੇ। ਉਸੇ ਉਹ ਮਾਪਿਓ ਜਿਹੜੇ ਉੱਥੇ ਜਾਣ ਲਈ 20-25 ਲੱਖ ਕੱਢ ਦਿੰਦੇ ਨੇ ਤੇ ਉਹ ਇੱਥੇ ਬੱਚੇ ਨੂੰ ਕੰਮ ਤੇ ਨਹੀਂ ਲਵਾਉਂਦੇ। ਅਗਰ ਇੱਥੇ 20-25 ਲੱਖ ਦਾ ਕੋਈ ਕੰਮ ਕੀਤਾ ਹੋਵੇ, ਮੈਨੂੰ ਨਹੀਂ ਲੱਗਦਾ ਉਹ ਮਹੀਨੇ ਦਾ ਕੋਈ 40-50 ਹਜ਼ਾਰ ਕਮਾਏ ਨਾ ਕਮਾਵੇ, ਕਮਾਊਗਾ ਬਈ। ਤੇ ਇੰਨੀ ਕੋਈ ਸੇਵਿੰਗ ਜੇ ਉੱਧਰ ਤੁਸੀਂ ਕੈਲਕੂਲੇਸ਼ਨ ਕੱਢ ਲਓ ਨਾ ਬਾਹਰ, ਸੇਵਿੰਗ ਇੰਨੀ ਹੀ ਹੁੰਦੀ ਆ। ਜੇ ਬੰਦਾ ਉਹਦੇ 7-8 ਹਜ਼ਾਰ ਡਾਲਰ ਕਮਾਉਂਦਾ ਆ, ਕੱਟ ਕਟਾ ਕੇ ਪੱਲੇ ਉਹਦੇ 500-400-500 ਡਾਲਰ ਹੀ ਬਚਦਾ ਰਹਿ ਕੇ ਚੰਗੀ ਲਾਈਫ, ਤਾਂ ਕਿੰਨੀ ਕੁ ਹੁੰਦੀ ਆ 500 ਡਾਲਰ। ਪਰ ਕੀ ਹੈ, ਲਾਈਫ ਸਟਾਈਲ ਚੰਗਾ, ਉੱਥੇ ਸਹੂਲਤ ਹੈਗੀ ਆ, ਸੁੱਖ ਨਹੀਂ ਆ। ਹੁਣ ਜਿਹੜਾ ਮੈਂ ਬਾਈ ਇੱਥੇ ਤੁਸੀਂ ਦੇਖ ਰਹੇ ਹੋ, ਜਿਹੜਾ ਮੇਰਾ ਅਗਲਾ ਜਿਹੜਾ ਪ੍ਰੋਜੈਕਟ ਤਿਆਰ ਕਰ ਰਿਹਾ ਨਾ ਬਾਹਰ, ਮੈਂ ਉਹੀ ਚੀਜ਼ ਕਰ ਰਿਹਾ ਵੀ ਜਿਹੜੇ NRI ਟੁੱਟ ਰਹੇ ਨਾ ਪੰਜਾਬ ਨਾਲੋਂ, ਆਉਣਾ ਚਾਹੁੰਦੇ ਨੇ, ਟੁੱਟ ਰਹੇ ਨੇ ਕਿਉਂ? ਹੁਣ ਉਹਨਾਂ ਦੀ ਲਾਈਫ ਸਟਾਈਲ ਉੱਥੇ ਬੜੀ ਸਹੂਲਤ ਵਾਲੀ ਆ, ਉਹਨਾਂ ਨੂੰ ਉੱਥੇ ਨਹੀਂ ਇੰਡੀਆ 'ਚ ਚੀਜ਼ਾਂ ਰਹੀਆਂ ਹੈ ਨਾ, ਉਹ ਕੰਫਰਟ ਜ਼ੋਨ 'ਚ ਨੇ। ਤਾਂ ਮੈਂ ਜਿਹੜਾ ਬਣਾਉਣਾ ਚਾਹੁੰਦਾ ਵੀ ਘਰ-ਬਾਰ ਐਸਾ ਬਣਾਉਣਾ ਚਾਹੁੰਦਾ ਉਹਨਾਂ ਲਈ NRI ਆਉਣ ਐਕਸਟੈਂਡਡ ਸੇ, ਵੀ ਜਿਹੜਾ ਉਹਨਾਂ ਨੂੰ ਰਹਿਣ 'ਚ ਐਂ ਲੱਗੇ ਵੀ ਅਸੀਂ ਅਮਰੀਕਾ ਕੈਨੇਡਾ ਉਹ ਘਰ ਉਹੋ ਜਿਹਾ ਹੀ ਹੋਊਗਾ ਅੰਦਰੋਂ ਬਾਹਰ ਸਾਰਾ। ਪਰ ਜਦੋਂ ਬਾਹਰ ਨਿਕਲੇ ਪੰਜਾਬ ਦਾ, ਉਹ ਮਿਸ ਕਰਦੇ ਨੇ, ਉਹ ਬਹੁਤ ਪਿਆਰ ਕਰਦੇ ਲੋਕ ਉੱਥੋਂ ਦੇ। ਇਹ ਵੀ ਲੋਕ ਨੇ ਜਿਹੜੇ ਬਹੁਤ ਪੰਜਾਬ ਨੂੰ ਕਰਦੇ ਆ, ਪਰ ਉਹਨਾਂ ਦੇ ਬੱਚੇ ਉੱਥੇ ਬੌਰਨ ਹੋਣ ਕਰਕੇ, ਉੱਥੋਂ ਦੇ ਕਲਚਰ 'ਚ ਪਲਣ ਕਰਕੇ ਉਹਨਾਂ ਦਾ ਆਪਣਾ ਰਿਸ਼ਤਾ ਨਹੀਂ ਆ ਕੋਈ, ਕਿਉਂਕਿ ਉਹ 8-10 ਸਾਲ ਬਾਅਦ ਆਉਣਗੇ, ਉਹਨਾਂ ਦਾ ਕੋਈ ਰਿਸ਼ਤਾ ਨਹੀਂ ਆ, ਉਹ ਛੁੱਟੀਆਂ ਮਨਾਉਣੇ ਚਲੇ ਗਏ, ਉਹਨਾਂ ਦੀ ਟੂਰਿਸਟ ਪਲੇਸ ਆ, ਉਹਨਾਂ ਦਾ ਮੋਹ ਨਹੀਂ ਆ ਪੰਜਾਬ ਨਾਲ, ਖੂਨ 'ਚ ਹੈਗਾ। ਪਰ ਜੇ ਉਹੀ ਉਹਨਾਂ ਨੂੰ ਆਪਾਂ ਜੋੜ ਕੇ ਰੱਖੀਏ ਇੰਡੀਆ ਨਾਲ, ਤਾਂ ਆਪਾਂ ਨਹੀਂ ਚਾਹੀਦਾ ਵੀ ਆਪਣੇ ਲੋਕ ਜੁੜੇ ਹੋਣ ਆਪਦੀ ਧਰਤੀ ਨਾਲ। ਤਾਂ ਜਿਹੜੇ ਉੱਥੇ ਜਨਮ ਵੀ ਲੈਂਦੇ ਨੇ, ਉਹ ਵੀ ਜਦੋਂ ਆਊਗਾ ਤਾਂ ਅਗਲਾ ਮਾਣ ਕਰੂ ਵੀ ਸਾਡਾ ਪੰਜਾਬ ਇੱਦਾਂ ਦਾ। ਪਰ ਗੱਲ ਕੀ ਆ ਗਈ, ਉਹ ਪੈਸਾ ਲਾ ਸਕਦੇ ਆ, ਇੱਥੇ ਉਹ ਚੀਜ਼ ਨਹੀਂ, ਸਹੂਲਤਾਂ ਨਹੀਂ ਉਹਨਾਂ ਲਈ। ਜੇ ਆਪਾਂ ਉਹਨਾਂ ਲਈ ਸਹੂਲਤਾਂ ਬਣਾ ਦਈਏ, ਆਪਣੇ ਉਹ ਬਾਈ ਏਰੀ ਸਾਰੇ ਉਹ ਜਿਹੜੇ ਉੱਥੇ ਨੇ ਉਹ ਵੀ ਆਉਣ, ਜੁੜਨ, ਜਿਹੜੇ ਬੱਚੇ ਨੇ ਉਹ ਵੀ ਜੁੜਨ, ਤਾਂ ਉਹਨਾਂ ਨੂੰ ਪਤਾ ਹੋਵੇ ਸਾਡਾ ਵਿਰਸਾ ਕੀ ਆ। ਬਾਈ ਜੀ ਵਿਰਸਾ ਟੁੱਟੇ ਖਤਮ ਹੁੰਦਾ ਜਾਂਦਾ, ਬੜਾ ਵੱਡਾ ਸਵਾਲ ਆ ਇਹ ਅੱਜ ਦਾ ਟਾਈਮ ਦਾ ਵਿਰਸਾ, ਜਿਹਨੂੰ ਆਪਾਂ ਵਿਰਸੇ ਦੇ ਜਿਹਦੇ ਸਿਰ ਤੇ ਆਪਾਂ ਟੱਪਦੇ ਆ, ਪੰਜਾਬੀ ਵਿਰਸਾ। ਪਰ ਆਉਂਦੇ ਸਮੇਂ ਤੱਕ ਜਦੋਂ ਖੁਦ ਆਪਣੇ ਬੰਦੇ ਉੱਥੇ ਜਾ ਰਹੇ ਨੇ ਇੱਧਰੋਂ, ਉੱਥੇ ਜਦੋਂ ਅਗਲੇ ਦਾ ਪਰਿਵਾਰ ਵਸ ਜਾਂਦਾ ਬਈ, ਉਹਨਾਂ ਦਾ ਘਰ-ਬਾਰ ਉਹ ਹੋ ਜਾਂਦਾ, ਤਾਂ ਬੱਚਿਆਂ ਦਾ ਬੜਾ ਸੋਹਣਾ ਆਨਸਰ ਹੁੰਦਾ, ਸੱਚਾ ਆਨਸਰ ਆ ਵੀ ਸਾਡਾ ਦੇਸ਼ ਨਹੀਂ ਆ ਉਹ, ਤੇ ਸੱਚਾਈ ਹੈ ਬਾਈ। ਇਹ ਜਿਹੜਾ ਦੇਸ਼ ਉਹਨਾਂ ਨੇ ਜਨਮ ਲਿਆ, ਜਿਹੜੇ ਦੇਸ਼ 'ਚ ਪਲੇ ਨੇ, ਉਹ ਦੇਸ਼ ਉਹਨਾਂ ਦਾ ਉਹੀ ਹੈ, ਤਾਂ ਉੱਥੋਂ ਦਾ ਕਲਚਰ ਅਡਾਪਟ ਕਰਨਗੇ। ਹੁਣ ਕੈਨੇਡਾ ਵਰਗੀ ਕੰਟਰੀ ਮਲਟੀਨੈਸ਼ਨਲ ਕੰਪਨੀ, ਮਲਟੀਕਲਚਰਲ ਕੰਪਨੀ ਹੈ, ਤਾਂ ਜੋ ਉੱਥੇ 5-7 ਕਲਚਰ ਰਹਿ ਰਹੇ ਸੀ, ਸਕੂਲ 'ਚ ਪੜ੍ਹ ਰਹੇ ਨੇ, ਤਾਂ ਉਹਨਾਂ ਨੂੰ ਨਹੀਂ ਭੇਦਭਾਵ ਵੀ ਗੋਰਾ ਕਾਲੀ ਆ। ਤੇ ਜੇ ਆਪਣੀ ਕੁੜੀ ਗੋਰੇ ਨਾਲ ਵਿਆਹ ਕਰਾ ਲੇ, ਉਹ ਆਪਦੀ ਥਾਂ ਉੱਥੇ ਸਹੀ ਆ, ਪਰ ਆਪਣੇ ਅਸੂਲਾਂ 'ਚ ਕਾਨੂੰਨ ਪੰਜਾਬੀ ਹੱਕ 'ਚ ਨਹੀਂ ਆ। ਪਰ ਉਹ ਕਹਿੰਦੀ ਸਾਡਾ ਕਲਚਰ ਆ। ਜੇ ਮੁੰਡਾ ਕੁੜੀ ਗੋਰੀ ਨਾਲ ਕਰਾ ਲੇ, ਅਗਲਾ ਕਹਿੰਦਾ ਅਸੀਂ ਪਲੇ ਆ, ਸਾਨੂੰ ਤਾਂ ਕੋਈ ਲੱਗਦਾ ਨਹੀਂ ਕਿ ਉਹਨੇ ਇੰਗਲਿਸ਼ ਉਹਨੇ ਬੋਲਣੀ, ਉਹਨੇ ਸਭ ਕੁਝ ਉਹੀ ਕਰਨਾ, ਕਲਰ ਦਾ ਫਰਕ ਕੀ ਕਰ ਲਾਂਗੇ ਬਈ ਆਪਾਂ। ਔਖਾ ਮੁੜਨਾ ਵਾਪਸ ਹੁੰਦਾ ਮੌਤ ਦੀਆਂ ਰਾਹਾਂ ਤੋਂ, ਜਿਨ੍ਹਾਂ ਨੇ ਆਪਣੇ ਪੁੱਤ ਗਵਾ ਲਏ, ਹਾਲ ਪੁੱਛੋ ਉਹਨਾਂ ਮਾਵਾਂ ਤੋਂ। ਬਦਮਾਸ਼ੀ ਵਿੱਚ ਆਪਣਾ ਨਾਮ ਬਣਾਉਣਾ, ਇਹ ਰਾਸ ਕਿਸੇ ਨੂੰ ਨਾ ਆਇਆ ਏ, ਚੁਣਿਆ ਜਿਸਨੇ ਇਸ ਰਸਤੇ ਨੂੰ, ਉਸਨੇ ਹਸ਼ਰ ਆਪਣਾ ਪੂਰਾ ਕਰਵਾਇਆ ਏ। ਜ਼ਿੰਦਗੀ ਦੇ ਵਿੱਚ ਸਹੀ ਸਮੇਂ ਤੇ ਸਹੀ ਫੈਸਲਾ ਲੈਣਾ, ਇਹ ਬਹੁਤ ਅਹਿਮੀਅਤ ਰੱਖਦਾ ਹੈ। ਮਨਪ੍ਰੀਤ ਸੈਫਤੀਪੁਰ ਨੇ ਉਸ ਸਮੇਂ ਨੂੰ ਸਮਝਿਆ ਤੇ ਫੈਸਲਾ ਲੈਣ ਦੇ ਵਿੱਚ ਦੇਰ ਵੀ ਨਹੀਂ ਕੀਤੀ, ਤੇ ਅੱਜ ਦੀ ਤਾਰੀਖ ਦੇ ਵਿੱਚ ਮਨਪ੍ਰੀਤ ਆਪਣੀ ਜ਼ਿੰਦਗੀ ਘੋੜਿਆਂ ਦੇ ਨਾਲ ਤੇ ਸੁੱਖ ਦੇ ਨਾਲ ਬਿਤਾ ਰਿਹਾ। ਮਿਸਾਲ ਕਾਇਮ ਕੀਤੀ ਹੈ ਮਨਪ੍ਰੀਤ ਸੈਫਤੀਪੁਰ ਨੇ। ਕੈਮਰਾ ਤੇ ਮੇਰਾ ਸਾਥ ਦੇ ਰਹੇ ਸੀ ਦਲਵੀਰ ਸਿੰਘ, ਤੇ ਮੈਂ ਸੀ ਤੁਹਾਡਾ ਮੇਜ਼ਬਾਨ ਲੰਕੇਸ਼ ਤ੍ਰਿਖਾ, ਰੋਜ਼ਾਨਾ ਸਪੋਕਸਮੈਨ ਦੇ ਲਈ।